ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗ ਸ਼ਬਦੰ ਗਿਆਨ ਸ਼ਬਦੰ वेद शब्दं ब्रह्मण। ਇਹਦਾ ਸਿਰਲੇਖ ਜਿਹੜਾ ਹੈ ਮਹਿਲਾ ਦੂਜਾ ਹੈ, ਭਾਵ ਕਿ ਇਹ ਜਿਹੜਾ ਸ਼ਲੋਕ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਇਸੇ ਸ਼ਲੋਕ ਦੇ ਨਾਲ ਅਗਲਾ ਸ਼ਲੋਕ ਵੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਔਰ ਇਹੀ ਸ਼ਲੋਕ ਜਿਹੜੇ ਨੇ ਸ਼ਲੋਕ ਸਹਿਸਕ੍ਰਿਤੀ ਮਹਿਲਾ ਪਹਿਲਾ ਜਦੋਂ ਸ਼ੁਰੂ ਹੁੰਦਾ ਹੈ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਹੇਠ ਨੇ। ਅੱਖਰਾਂ ਦਾ ਥੋੜਾ ਜਿਹਾ ਉੱਥੇ ਫਰਕ ਹੈ, ਪਰ ਇੱਥੇ ਸਿਰਲੇਖ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਇਸ ਕਰਕੇ ਇਹ ਜਿਹੜੇ ਅੱਜ ਅਸੀਂ ਸ਼ਲੋਕ ਵਿਚਾਰਨੇ ਨੇ, ਉਹਨਾਂ ਸ਼ਲੋਕਾਂ ਦੇ ਵਿੱਚੋਂ ਦੋ ਸ਼ਲੋਕ ਜਿਹੜੇ ਨੇ ਉਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇ। ਔਰ ਗੁਰਬਾਣੀ ਨੂੰ ਸਮਝਣ ਦਾ ਇੱਕ ਤਰੀਕਾ ਇਹਨਾਂ ਸ਼ਲੋਕਾਂ ਦੇ ਵਿੱਚ ਹੈ। ਜਿੱਥੇ ਅਸੀਂ ਸਿਧਾਂਤ ਸਮਝਣਾ ਹੈ, ਉੱਥੇ ਗੁਰਬਾਣੀ ਪੜ੍ਹਨ ਦਾ ਤਰੀਕਾ ਵੀ ਇਹਨਾਂ ਸ਼ਲੋਕਾਂ ਦੇ ਵਿੱਚੋਂ ਸਮਝਿਆ ਜਾ ਸਕਦਾ ਹੈ। ਗੁਰਬਾਣੀ ਦੇ ਕੁਝ ਸ਼ਬਦ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਦੂਸਰੇ ਖਿਆਲਾਂ ਦੀ ਗੱਲ ਕੀਤੀ ਗਈ ਹੈ, ਜੋ ਇਸ ਵੇਲੇ ਦੁਨੀਆ ਦੇ ਵਿੱਚ ਪ੍ਰਚਲਿਤ ਨੇ, ਜੋ ਗੁਰੂ ਸਾਹਿਬ ਦੇ ਵੇਲੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਵਸੇ ਹੋਏ ਨੇ। ਅੱਜ ਵੀ ਜਿੱਦਾਂ ਕੋਈ ਵਿਚਾਰਵਾਨ ਆਪਣੀ ਗੱਲ ਨੂੰ ਸ਼ੁਰੂ ਕਰੇ ਤੇ ਉਹ ਇਹ ਕਹਿੰਦਾ ਹੈ ਕਿ ਫਲਾਣੇ ਵਿਦਵਾਨ ਨੇ ਇਹਨੂੰ ਇੱਦਾਂ ਬੋਲਿਆ ਹੈ, ਦੂਸਰੇ ਨੇ ਇਹਨੂੰ ਇੱਦਾਂ ਬੋਲਿਆ ਹੈ, ਤੇ ਅੰਤ ਦੇ ਵਿੱਚ ਉਹ ਆਪਣੀ ਗੱਲ ਕਰਦਾ ਵੀ ਇਸ ਗੱਲ ਨੂੰ ਮੈਂ ਕਿਵੇਂ ਸਮਝਦਾ ਹਾਂ। ਇੱਦਾਂ ਧਰਮਾਂ ਦੇ ਵਿੱਚ ਵੀ ਗੱਲ ਹੁੰਦੀ ਹੈ ਵੀ ਗੱਲ ਇਹ ਹੈ, ਇਸ ਨੂੰ ਜੈਨਿਜ਼ਮ ਨੇ ਕਿਵੇਂ ਬੋਲਿਆ ਹੈ, ਇਸ ਨੂੰ ਬੌਧ ਮਤ ਕਿਵੇਂ ਬੋਲਦਾ ਹੈ, ਇਸ ਨੂੰ ਹਿੰਦੂ ਮਤ ਕਿਵੇਂ ਬੋਲਦਾ ਹੈ, ਇਸਲਾਮ ਕਿਵੇਂ ਬੋਲਦਾ ਹੈ, ਕ੍ਰਿਸਚੈਨਿਟੀ ਕਿਵੇਂ ਬੋਲਦੀ ਹੈ, ਤੇ ਇਸ ਗੱਲ ਨੂੰ ਗੁਰਮਤ ਕਿਵੇਂ ਬੋਲਦੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਖਿਆਲ ਇਸ ਗੱਲ ਨੂੰ ਕਿਵੇਂ ਬੋਲਦਾ ਹੈ। ਔਰ ਬੜੇ ਸ਼ਬਦ ਤੁਸੀਂ ਇੱਦਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪੜ੍ਹੋਗੇ ਜਿਨ੍ਹਾਂ ਦੇ ਵਿੱਚ ਸਾਰੇ ਸ਼ਬਦ ਦੇ ਵਿੱਚ ਲਗਭਗ ਦੂਜਿਆਂ ਮਤਾਂ ਦੀ ਗੱਲ ਕੀਤੀ ਜਾ ਰਹੀ ਹੋਵੇਗੀ, ਸਿਰਫ ਰਹਾਉ ਵਾਲੀ ਪੰਕਤੀ ਦੇ ਵਿੱਚ ਤੇ ਜਾਂ ਸ਼ਬਦ ਦੇ ਅਖੀਰ ਦੇ ਵਿੱਚ ਗੁਰਮਤ ਆਪਣਾ ਖਿਆਲ ਪੈਦਾ ਕਰਦੀ ਹੋਵੇਗੀ, ਗੁਰਮਤ ਦੀ ਗੱਲ ਹੋ ਰਹੀ ਹੋਵੇਗੀ। ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬ ਉਸ ਖਿਆਲ ਦੇ ਹਾਮੀ ਨੇ ਜਾਂ ਗੁਰੂ ਸਾਹਿਬ ਉਸ ਖਿਆਲ ਨੂੰ ਮੰਨਦੇ ਪਏ ਨੇ। ਇੱਕ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਦੇ ਲਈ ਗੁਰੂ ਸਾਹਿਬ ਨੇ ਉਹ ਗੱਲ ਸਾਡੇ ਸਾਹਮਣੇ ਰੱਖੀ ਹੈ, ਤੇ ਜਾਂ ਫਿਰ ਉਹ ਜਿਹੜੇ ਖਿਆਲ ਨੇ ਜੇ ਉਹ ਖਿਆਲ ਗਲਤ ਪ੍ਰਚਲਿਤ ਹੋ ਗਏ ਨੇ ਤੇ ਉਹਨਾਂ ਗਲਤ ਪ੍ਰਚਲਿਤ ਹੋਏ ਖਿਆਲਾਂ ਨੂੰ ਤੋੜਨ ਦੇ ਲਈ ਮਹਾਰਾਜ ਨੇ ਪਹਿਲਾਂ ਇੱਕ ਉਦਾਹਰਨ ਸਾਡੇ ਸਾਹਮਣੇ ਰੱਖ ਦਿੱਤੀ ਹੈ ਕਿ ਪਹਿਲਾਂ ਲੋਕ ਆਹ ਕਹਿੰਦੇ ਨੇ ਪਰ ਅਸੀਂ ਇਹਨੂੰ ਇੱਦਾਂ ਕਹਿ ਰਹੇ ਹਾਂ। ਉਹਦੇ ਵਿੱਚੋਂ ਇੱਕ ਉਦਾਹਰਨ ਅਸੀਂ ਇਸ ਸ਼ਲੋਕ ਨੂੰ ਸਮਝ ਲਈਏ ਤੇ ਇੱਕ ਉਦਾਹਰਨ ਜਿਹੜੀ ਹੈ ਉਹ ਜਪਜੀ ਸਾਹਿਬ ਦੇ ਵਿੱਚੋਂ ਸਮਝ ਲਈਏ। ਹਜ਼ੂਰ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਤੇ ਹੁਣ ਵੀ ਸਤਿਗੁਰੂ ਦਾ ਤੇ ਮਤ ਅਲੱਗ ਹੋ ਗਿਆ ਨਾ। ਉਹ ਕਹਿੰਦੇ ਨੇ ਵੀ ਮਾਇਆ ਜਿਹੜੀ ਹੈ ਉਹ ਕਿਸੇ ਤਰੀਕੇ ਨਾਲ ਪ੍ਰਸੂਤ ਹੋਈ ਹੈ ਤੇ ਉਹਦੇ ਤੋਂ ਤਿੰਨ ਜਾਣਿਆਂ ਦਾ ਜਨਮ ਹੁੰਦਾ ਹੈ, ਤਿੰਨ ਸ਼ਕਤੀਆਂ ਦਾ ਜਨਮ ਹੁੰਦਾ ਹੈ। ਉਹਨਾਂ ਸ਼ਕਤੀਆਂ ਨੂੰ ਦੇਵਤੇ ਕਿਹਾ ਜਾਂਦਾ ਹੈ। ਇੱਕ ਸੰਸਾਰੀ, ਸਾਨੂੰ ਸੰਸਾਰ ਦੇ ਵਿੱਚ ਲੈ ਕੇ ਆਉਣ ਵਾਲਾ, ਇਹ ਹਿੰਦੂ ਮਤ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਭੰਡਾਰੀ, ਬ੍ਰਹਮਾ ਸਾਨੂੰ ਸੰਸਾਰ ਦੇ ਵਿੱਚ ਲੈ ਕੇ ਆਉਣ ਵਾਲਾ ਹੈ ਜੇ ਹਿੰਦੂ ਮਤ ਦੀ ਗੱਲ ਕਰੀਏ। ਫਿਰ ਸਿਰਫ ਸੰਸਾਰ ਦੇ ਵਿੱਚ ਆ ਜਾਣਾ ਹੀ ਕਾਫੀ ਨਹੀਂ ਹੈ, ਇੱਥੇ ਆ ਕੇ ਕੁਝ ਖਾਣਾ ਪੀਣਾ ਵੀ ਹੈ, ਤੇ ਉਹਨੂੰ ਫਿਰ ਕਿਹਾ ਜਾਂਦਾ ਹੈ ਵਿਸ਼ਨੂੰ, ਭੰਡਾਰਿਆਂ ਦਾ ਮਾਲਕ। ਤੁਸੀਂ ਕਦੀ ਵੀ ਟੀਵੀ ਦੇ ਉੱਤੇ ਜਾਂ ਨਾਟਕਾਂ ਦੇ ਵਿੱਚ ਜਦੋਂ ਵਿਸ਼ਨੂੰ ਨੂੰ ਦਿਖਾਇਆ ਜਾਂਦਾ ਤੇ ਉਹ ਵੇਖੋ ਬੜੇ ਐਸ਼ੋ ਆਰਾਮ ਦੇ ਵਿੱਚ ਲੇਟਿਆ ਪਿਆ ਹੁੰਦਾ ਹੈ। ਮਤਲਬ ਉਹਦੀ ਇੱਕ ਪ੍ਰਤੀਕ ਹੈ, ਸਿੰਬਲ ਹੈ ਇਸ ਗੱਲ ਦਾ ਵੀ ਇਹਦੇ ਕੋਲ ਕਿਸੇ ਪਦਾਰਥ ਦਾ ਘਾਟਾ ਨਹੀਂ ਹੈ। ਤੀਸਰਾ, ਫਿਰ ਸੰਸਾਰ ਦੇ ਵਿੱਚ ਆਉਣਾ ਤੇ ਆ ਕੇ ਖਾ ਪੀ ਲੈਣਾ ਹੀ ਤੇ ਕੁਝ ਨਹੀਂ ਹੈ, ਇਸ ਸੰਸਾਰ ਦੇ ਵਿੱਚੋਂ ਜਾਣਾ ਵੀ ਹੈ।
ਤੇ ਉਸ ਜਾਣ ਵਾਲਾ ਜਿਹੜਾ ਡਿਪਾਰਟਮੈਂਟ ਹੈ ਉਹ ਮਿਲਿਆ ਹੋਇਆ ਹੈ ਸ਼ਿਵ ਨੂੰ। ਤੁਸੀਂ ਅਕਸਰ ਸ਼ਮਸ਼ਾਨ ਘਾਟ ਦੇ ਵਿੱਚ ਉਹਦੀ ਫੋਟੋ ਲੱਗੀ ਵੇਖੋਗੇ। ਹੁਣ ਇਹ ਤਿੰਨ ਖਿਆਲ ਨੇ ਵੀ ਇੱਕ ਜਾਣਾ ਜਨਮ ਦੇਣ ਵਾਲਾ ਹੈ, ਇੱਕ ਜਾਣਾ ਰਿਜ਼ਕ ਦੇਣ ਵਾਲਾ ਹੈ, ਇੱਕ ਜਾਣਾ ਮਾਰਨ ਵਾਲਾ ਹੈ। ਮਹਾਰਾਜ ਨੇ ਇੱਕ ਗੱਲ ਕੀਤੀ ਵੀ ਕੋਡ ਕਰ ਲਿਆ ਇਹਨਾਂ ਦੀ ਗੱਲ ਨੂੰ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਸੰਸਾਰ 'ਚ ਲੈ ਕੇ ਆਉਣ ਵਾਲਾ, ਇੱਕ ਭੰਡਾਰੀ, ਇੱਕ ਭੰਡਾਰੇ ਦੇਣ ਵਾਲਾ, ਇੱਕ ਲਾਏ ਦੀਵਾਨ, ਇੱਕ ਦੀਵਾਨ ਲਗਾਉਂਦਾ ਹੈ, ਮਤਲਬ ਫੈਸਲੇ ਕਰਦਾ ਹੈ ਕਰਮਾਂ ਦੇ। ਪਰ ਹੁਣ ਇੱਥੋਂ ਗੁਰੂ ਸਾਹਿਬ ਨੇ ਆਪਣੀ ਗੱਲ ਅੱਗੇ ਸ਼ੁਰੂ ਕਰ ਦਿੱਤੀ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਜਿਵ ਤਿਸ ਭਾਵੈ, ਜਿੱਦਾਂ ਰੱਬ ਨੂੰ ਚੰਗਾ ਲੱਗਦਾ ਹੈ ਤਿਵੇਂ ਚਲਾਵੈ, ਤਿਵੇਂ ਤਿਵੇਂ ਉਹ ਸੰਸਾਰ ਦੀ ਖੇਡ ਚਲਾਉਂਦਾ ਹੈ। ਜਿਵ ਹੋਵੇ ਫੁਰਮਾਨ, ਜਿੱਦਾਂ ਜਿੱਦਾਂ ਜੀਵਾਂ ਨੂੰ ਹੁਕਮ ਹੁੰਦਾ ਹੈ ਜੀਵ ਉੱਦਾਂ ਕਰਦੇ ਨੇ। ਹੁਣ ਇਹਨਾਂ ਦੋ ਪੰਕਤੀਆਂ ਨੂੰ ਕੋਈ ਕਵੇ ਕਿ ਗੁਰੂ ਨਾਨਕ ਸਾਹਿਬ ਦਾ ਖਿਆਲ ਹੈ, ਗੁਰੂ ਨਾਨਕ ਸਾਹਿਬ ਦਾ ਖਿਆਲ ਨਹੀਂ ਹੈ। ਮਹਾਰਾਜ ਜੀ ਨੇ ਉਸ ਖਿਆਲ ਨੂੰ ਕੋਡ ਕੀਤਾ ਹੈ ਉੱਥੇ। ਇੱਕ ਹੋਰ ਪੰਕਤੀ ਆਪਾਂ ਸਿੱਧ ਗੋਸ਼ਟ ਦੇ ਵਿੱਚੋਂ ਪੜ੍ਹ ਲਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਸਿੱਧ ਗੋਸ਼ਟ, ਤੇ ਉੱਥੇ ਪੰਕਤੀ ਹੈ, ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲੱਗਿਆ ਕਾਈ, ਗੋਰਖ ਪੂਤ ਲੋਹਾਰੀ ਪਾ ਬੋਲਿਆ, ਜੋਗ ਜੁਗਤ ਬਿਦ ਸਾਈ। ਹੁਣ ਕਈਆਂ ਨੇ ਇਸੇ ਪੰਕਤੀ ਨੂੰ ਲੈ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਮਹਾਰਾਜ ਜੀ ਕਹਿੰਦੇ ਨੇ ਵੀ ਤੀਰਥਾਂ ਤੇ ਜਾ ਕੇ ਨਹਾਉਣਾ ਚਾਹੀਦਾ ਹੈ। ਹਾਲਾਂਕਿ ਗੁਰੂ ਨਾਨਕ ਸਾਹਿਬ ਜੀ ਦਾ ਹੀ ਸ਼ਬਦ ਹੈ, ਸਤਿਗੁਰੂ ਕਹਿੰਦੇ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਉੱਥੇ ਸਿੱਧ ਆਪਣੀ ਗੱਲ ਕਰਦੇ ਪਏ ਨੇ ਵੀ ਬਾਬਾ ਸਾਡੀ ਜ਼ਿੰਦਗੀ ਦਾ ਮਨੋਰਥ ਤੇ ਆ ਹੈ ਵੀ ਤੀਰਥਾਂ ਤੇ ਨਹਾਈਦਾ ਹੈ, ਤੀਰਥ ਨਹਾਈਏ ਸੁੱਖ ਫਲ ਪਾਈਏ, ਬੜਾ ਸੁੱਖ ਮਿਲਦਾ ਹੈ ਇਹਦੇ ਨਾਲ, ਮੈਲ ਨਾ ਲੱਗੇ ਕਾਈ, ਇਹਦੇ ਨਾਲ ਮੈਲ ਨਹੀਂ ਲੱਗਦੀ। ਇਹ ਉਹ ਗੱਲ ਕਰਦੇ ਪਏ ਨੇ। ਤੇ ਮਹਾਰਾਜ ਜੀ ਤੋਂ ਇਦਾਂ ਕਹਿੰਦੇ ਨੇ ਵੀ ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿਤ ਨਾ ਡੁਲਾਈ, ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਇਹ ਗੁਰੂ ਨਾਨਕ ਸਾਹਿਬ ਦਾ ਇੱਥੇ ਖਿਆਲ ਹੈ। ਚਲੋ ਕਿਤੇ ਅਸੀਂ ਵਿਚਾਰਾਂਗੇ ਇਸ ਵਿਸ਼ੇ ਨੂੰ ਵੀ ਇਹ ਸਮਝਣਾ ਵੀ ਦੂਜੇ ਮਤ ਦੀ ਗੱਲ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਸਾਡੀ ਆਪਣੀ ਗੱਲ ਕੀਤੀ ਜਾ ਰਹੀ ਹੈ। ਕਿਤੇ ਦੂਜਿਆਂ ਦੇ ਖਿਆਲਾਂ ਨੂੰ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਨਾ ਕਰ ਦਈਏ, ਸਿਰਫ ਸਤਿਗੁਰੂ ਨੇ ਉਦਾਹਰਣ ਲਈ ਹੋਵੇ। ਹੁਣ ਇਹਨੂੰ ਵੇਖਣਾ, ਇਹਨਾਂ ਸ਼ਲੋਕਾਂ ਦੀਆਂ ਜਿਹੜੀਆਂ ਪਹਿਲੀਆਂ ਦੋ ਪੰਕਤੀਆਂ ਨੇ ਉਹ ਗੁਰੂ ਸਾਹਿਬ ਨੇ ਕੋਡ ਕੀਤਾ ਹੋਇਆ ਹੈ ਹਿੰਦੁਸਤਾਨ ਦੇ ਇੱਕ ਬੜੇ ਵੱਡੇ ਪ੍ਰਚਲਿਤ ਖਿਆਲ ਨੂੰ, ਤੇ ਅਗਲੀਆਂ ਦੋ ਪੰਕਤੀਆਂ ਦੇ ਵਿੱਚ ਮਹਾਰਾਜ ਨੇ ਆਪਣੀ ਗੱਲ ਕਰ ਦਿੱਤੀ ਹੈ। ਹਜ਼ੂਰ ਕਹਿੰਦੇ ਨੇ ਜੋਗ ਸ਼ਬਦਨ, ਜੋਗ ਹਿੰਦੁਸਤਾਨ ਦੇ ਵਿੱਚ ਹੁਣ ਤੇ ਚਲੋ ਇਹਦਾ ਬੋਲਬਾਲਾ ਘਟ ਗਿਆ ਹੈ। ਗੁਰੂ ਸਾਹਿਬ ਦੇ ਵੇਲੇ ਜੋਗ ਮਤ ਹਿੰਦੁਸਤਾਨ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਜੋਗੀ ਸਨ, ਬਹੁਤ ਵੱਡੀ ਗਿਣਤੀ ਦੇ ਵਿੱਚ। ਤੇ ਮਹਾਰਾਜ ਜਦੋਂ ਤਿੰਨ ਧਰਮਾਂ ਨੂੰ ਗਿਣਦੇ ਨੇ, ਇੱਕ ਗਿਣਦੇ ਨੇ ਜੋਗੀ ਨੂੰ, ਇੱਕ ਗਿਣਦੇ ਨੇ ਕਾਜ਼ੀ ਨੂੰ, ਤੇ ਇੱਕ ਗਿਣਦੇ ਨੇ ਬ੍ਰਾਹਮਣ ਨੂੰ। ਇਹ ਤਿੰਨ ਮਤ ਨੇ। ਔਰ ਜੋਗੀ ਗੁਰੂ ਸਾਹਿਬ ਦੇ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਨੇ ਇੱਕ ਹਵਾਲਾ ਦਿੱਤਾ ਹੈ ਕਿ ਸਿੱਧਾਂ ਦੇ ਮਨ ਦੇ ਵਿੱਚ ਇਹ ਖਿਆਲ ਸੀ ਵੀ ਜੇ ਬਾਬਾ ਸਤਿਗੁਰੂ ਗੁਰੂ ਨਾਨਕ ਸਾਹਿਬ ਸਾਡੇ ਮਜ਼ਹਬ ਦਾ ਪ੍ਰਚਾਰ ਕਰੇ ਨਾ ਤਾਂ ਜਿਹੜਾ ਜੋਗ ਮਤ ਦਾ ਪ੍ਰਚਾਰ ਘਟਦਾ ਜਾ ਰਿਹਾ ਹੈ, ਦੁਨੀਆ ਦੇ ਵਿੱਚ ਜੋਗੀਆਂ ਦੀ ਗਿਣਤੀ ਫੇਰ ਵੱਧ ਜਾਵੇਗੀ। ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ। ਬਹੁਤ ਵੱਡੀ ਗਿਣਤੀ ਦੇ ਵਿੱਚ ਜੋਗੀ ਸੀ। ਹੁਣ ਹਰ ਇੱਕ ਧਰਮ ਦੀ ਨਾ ਇੱਕ ਬੇਸਿਕ ਗੱਲ ਹੈ ਕਿ ਹਾਂ ਆਹ ਜਿਹੜਾ ਹੈ ਸਾਡੇ ਧਰਮ ਦਾ ਮੇਨ ਮਕਸਦ ਹੈ। ਜਿੱਦਾਂ ਸਾਡੇ ਵਿੱਚ ਕਹਿ ਲਈਏ ਕਿ ਅਸੀਂ ਕਹਿੰਦੇ ਹਾਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਸਾਡੇ ਧਰਮ ਦਾ ਇੱਕ ਬੇਸਿਕ ਹੈ। ਸੇਵਾ ਸਿਮਰਨ ਇਹ ਸਾਡਾ ਬੇਸਿਕ ਹੈ। ਇੱਦਾਂ ਜੋਗ ਮਤ ਦੇ ਵਿੱਚ ਵੀ ਕੁਝ ਬੇਸਿਕ ਨੇ। ਉਹਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਇੱਦਾਂ ਕਹਿ ਲਈਏ ਨਾ ਬੇਸ ਹੈ, ਮੇਨ ਜਿਹੜੀ ਗੱਲ ਹੈ ਉਹ ਹੈ ਗਿਆਨ ਪ੍ਰਾਪਤ ਕਰਨਾ, ਜਾਣਕਾਰੀ ਪ੍ਰਾਪਤ ਕਰਨੀ। ਸਮਾਧੀ ਲਗਾ ਲਗਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਕਹਿੰਦੇ ਨੇ ਵੀ ਗਿਆਨ ਪ੍ਰਾਪਤ ਹੋਵੇ ਤੇ ਬੰਦੇ ਦੇ ਕੋਲ ਗਿਆਨ ਹੋਵੇ ਤੇ ਬੰਦਾ ਮਿਲ ਸਕਦਾ ਹੈ। ਵੈਸੇ ਯੋਗ ਦਾ ਅਰਥ ਹੀ ਮਿਲਾਪ ਹੈ, ਯੋਗ ਦਾ ਅਰਥ ਹੀ ਮੇਲ ਹੈ। ਸ਼ਬਦ ਦਾ ਇੱਥੇ ਅਰਥ ਜਿਹੜਾ ਹੈ ਉਹ ਹੈ ਧਰਮ, ਫਰਜ਼, ਡਿਊਟੀ। ਸ਼ਬਦ ਦੇ ਬਹੁਤ ਅਰਥ ਨੇ ਗੁਰਬਾਣੀ ਦੇ ਵਿੱਚ, ਪਰ ਇੱਥੇ ਜਿਹੜਾ ਸ਼ਬਦ ਦਾ ਅਰਥ ਹੈ ਉਹ ਹੈ ਜੋਗੀਆਂ ਦਾ ਧਰਮ ਕੀ ਹੈ, ਜੋਗੀਆਂ ਦਾ ਫਰਜ਼ ਕੀ ਹੈ। ਇਹ ਮਹਾਰਾਜ ਨਹੀਂ ਕਹਿੰਦੇ, ਮਹਾਰਾਜ ਕਹਿੰਦੇ ਜੋਗੀ ਕਹਿੰਦੇ ਨੇ ਵੀ ਜੋਗ ਮਤ ਦਾ ਫਰਜ਼ ਕੀ ਹੈ, ਉਹ ਹੈ ਗਿਆਨ ਪ੍ਰਾਪਤ ਕਰਨਾ। ਜੇ ਅਸੀਂ ਵੀ ਸੋਚੀਏ ਤੇ ਕਿੰਨਾ ਜ਼ਰੂਰੀ ਹੈ ਸਾਡੇ ਲਈ ਗਿਆਨ ਪ੍ਰਾਪਤ ਕਰਨਾ। ਜੇ ਸਾਡੇ ਕੋਲ ਅਖਰੀ ਗਿਆਨ ਨਾ ਹੋਵੇ ਤਾਂ ਜੋ ਮਰਜ਼ੀ ਚੱਲਦਾ ਰਹੇ ਸਕਰੀਨ ਤੇ, ਸਾਨੂੰ ਉਹਦੇ ਨਾਲ ਕੀ ਹੈ ਮਤਲਬ।
3 ਲੈਂਗੁਏਜ ਲਿਖੀਆਂ ਪਈਆਂ ਨੇ, ਤੇ ਮੇਰੇ ਖਿਆਲ ਦੇ ਨਾਲ ਜਿੰਨੇ ਅਸੀਂ ਬੈਠੇ ਹਾਂ, ਜੇ ਤਿੰਨੇ ਨਹੀਂ ਆਉਂਦੀਆਂ ਹੋਣਗੀਆਂ ਤੇ ਇੱਕ ਤੇ ਆਉਂਦੀ ਹੋਵੇਗੀ। ਤੇ ਚੰਗੇ ਨੇ ਉਹ ਜਿਨ੍ਹਾਂ ਨੂੰ ਤਿੰਨੇ ਹੀ ਆਉਂਦੀਆਂ ਨੇ, ਕਿਉਂਕਿ ਸਾਡਾ ਤੇ ਗੁਰੂ ਹੀ ਉਸੇ ਲੈਂਗੁਏਜ ਦੇ ਵਿੱਚ, ਇਸ ਕਰਕੇ ਪੰਜਾਬੀ ਵੀ ਸਾਡੇ ਲਈ ਜ਼ਰੂਰੀ ਹੈ। ਪਰ ਜੇ ਇੱਕ ਵੀ ਅੱਖਰ ਨਾ ਆਉਂਦਾ ਹੋਵੇ, ਤਿੰਨੇ ਹੀ ਨਾ ਆਉਂਦੀਆਂ ਹੋਣ, ਸਾਡੇ ਲਈ ਚੱਲਦੀ ਰਹੇ ਬੁਝੀ ਰਹੇ, ਕੋਈ ਫਰਕ ਨਹੀਂ ਪੈਂਦਾ। ਅਰਥ ਆ ਰਹੇ ਨੇ, ਬਾਣੀ ਲਿਖੀ ਆ ਰਹੀ ਹੈ। ਜੇ ਅੱਖਰ ਦਾ ਪਤਾ ਹੀ ਨਾ ਹੋਵੇ, ਗਿਆਨ ਦਾ ਪਤਾ ਹੀ ਨਾ ਹੋਵੇ, ਤੇ ਕੀ ਫਰਕ ਪੈ ਰਿਹਾ? ਮਰਦ ਕਹਿੰਦੇ ਨੇ ਵੀ ਜੋਗੀਆਂ ਨੇ ਇੱਕ ਗੱਲ ਕਰ ਦਿੱਤੀ ਹੈ ਕਿ ਗਿਆਨ ਬੜਾ ਜ਼ਰੂਰੀ ਹੈ, ਔਰ ਜ਼ਰੂਰੀ ਹੈ ਵੀ। ਜੋਗੀ ਕਹਿੰਦੇ ਨੇ ਸਾਡਾ ਧਰਮ, ਸਾਡਾ ਮੁੱਢਲਾ ਫਰਜ਼ ਹੈ ਗਿਆਨ ਪ੍ਰਾਪਤ ਕਰਨਾ। ਫਿਰ ਅਗਲੀ ਗੱਲ, ਜੋਗ ਸ਼ਬਦੰ ਗਿਆਨ ਸ਼ਬਦੰ, ਮਤਲਬ ਜੋਗੀਆਂ ਦਾ ਫਰਜ਼ ਹੈ ਗਿਆਨ ਨੂੰ ਇਕੱਠਾ ਕਰਨਾ, ਗਿਆਨ ਸਮਝ ਜਾਣਕਾਰੀ ਆਪਣੇ ਪੱਲੇ ਰੱਖਣਾ। ਫਿਰ ਦੂਸਰੇ ਕੌਣ ਆ ਗਏ? ਬ੍ਰਾਹਮਣ। ਵੇਦ ਸ਼ਬਦੰ ਬ੍ਰਾਹਮਣਾ। ਵੇਦ ਜਿਹੜਾ ਹੈ 4 ਵੇਦਾਂ ਦੀ ਗੱਲ ਆਉਂਦੀ ਹੈ। ਅਸਲ ਦੇ ਵਿੱਚ ਬ੍ਰਾਹਮਣ ਦੇ 6 ਕਰਮਾਂ ਦੇ ਵਿੱਚੋਂ ਜਿਹੜੇ 2 ਕਰਮ ਨੇ ਉਹ ਨੇ ਵਿਦਿਆ ਪੜ੍ਹਨੀ ਤੇ ਵਿਦਿਆ ਪੜ੍ਹਾਉਣੀ। ਉਹ ਵੇਦਾਂ ਨੂੰ ਪੜ੍ਹ ਸਕਦਾ ਹੈ ਤੇ ਵੇਦਾਂ ਨੂੰ ਪੜ੍ਹਾ ਸਕਦਾ ਹੈ, ਪਰ ਨਾਲ ਉਹਦੇ ਉੱਤੇ ਕੁਝ ਰਿਸਟ੍ਰਿਕਸ਼ਨਸ ਨੇ। ਸਾਰਿਆਂ ਨੂੰ ਵੇਦ ਨਹੀਂ ਪੜ੍ਹਾ ਸਕਦਾ। ਉਹ ਪੜ੍ਹਾਵੇਗਾ ਤੇ ਆਪਣੀ ਬਰਾਦਰੀ ਨੂੰ ਪੜ੍ਹਾਵੇਗਾ, ਆਪਣੇ ਤੋਂ ਨੀਵਿਆਂ ਨੂੰ ਨਹੀਂ ਪੜ੍ਹਾਵੇਗਾ। ਜਿਹੜੀ ਉਹਦੀ ਬਰਾਦਰੀ ਹੋਵੇਗੀ, ਬ੍ਰਾਹਮਣ ਅੱਗੇ ਬ੍ਰਾਹਮਣ ਤਿਆਰ ਕਰ ਸਕਦਾ ਹੈ। ਬ੍ਰਾਹਮਣ ਕਿਸੇ ਤੀਸਰੇ ਨੂੰ, ਜਿਹੜੇ ਉਹਦੇ ਤੋਂ ਛੋਟੀ ਕਾਸਟ ਵਾਲੇ ਨੇ, ਉਹਨਾਂ ਨੂੰ ਉਹ ਗ੍ਰੰਥ ਨਹੀਂ ਪੜ੍ਹਾ ਸਕਦਾ। ਔਰ ਇਹ ਲਿਖਤੀ ਤੌਰ ਦੇ ਉੱਤੇ ਬਹੁਤ ਵਾਰ ਪ੍ਰਚਲਿਤ ਕੀਤਾ ਜਾਂਦਾ ਰਿਹਾ ਹੈ। ਤੁਸੀਂ ਵੇਖ ਲਓ, ਜਿਨ੍ਹਾਂ ਲੋਕਾਂ ਨੂੰ ਵਿਦਿਆ ਦੇ ਅਧਿਕਾਰ ਤੋਂ ਇਸ ਕਰਕੇ ਪਰੇ ਕਰ ਦਿੱਤਾ, ਹੌਲੀ ਹੌਲੀ ਉਹਨਾਂ ਦੇ ਵਿੱਚ ਪੜ੍ਹਾਈ ਕਰਨ ਦੀ ਲਾਲਸਾ ਖਤਮ ਹੋ ਗਈ ਵੀ ਛੱਡੋ ਪਰਾਂ, ਪੜ੍ਹ ਕੇ ਕਰਨਾ ਕੀ ਹੈ, ਸਾਡਾ ਤੇ ਰਾਈਟ ਹੀ ਨਹੀਂ ਹੈ। ਦੂਸਰਾ ਪਾਸਾ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਕੂਲ ਕਿਉਂ ਸ਼ੁਰੂ ਕੀਤੇ ਸੀ? ਸਿਰਫ ਇਸ ਕਰਕੇ ਵੀ ਆਹ ਜਿਹੜੀ ਪੜ੍ਹਾਈ ਹੈ ਇੱਕ ਬੰਦੇ ਦੇ ਹੱਥ ਦੇ ਵਿੱਚ ਨਹੀਂ ਰਹੇਗੀ, ਹਰ ਕੋਈ ਪੜ੍ਹ ਸਕਦਾ ਤੇ ਹਰ ਕੋਈ ਪੜ੍ਹਾ ਸਕਦਾ ਹੈ। ਇਹ ਵੇਖ ਲਓ, ਗੁਰੂ ਅੰਗਦ ਸਾਹਿਬ ਦਾ ਸ਼ਬਦ ਹੈ। ਮਹਾਰਾਜ ਕੀ ਕਹਿੰਦੇ ਨੇ? ਬ੍ਰਾਹਮਣ ਇਸ ਗੱਲ ਨੂੰ ਕਹਿੰਦਾ ਹੈ, ਜਿੱਦਾਂ ਜੋਗੀ ਕਹਿੰਦੇ ਨੇ ਨਾ ਵੀ ਸਾਡਾ ਧਰਮ ਗਿਆਨ ਲੈਣਾ ਹੈ, ਬ੍ਰਾਹਮਣ ਇਸ ਗੱਲ ਨੂੰ ਕਹਿੰਦੇ ਨੇ ਵੇਦ ਪੜ੍ਹਨਾ ਸਾਡਾ ਧਰਮ ਹੈ। ਇਹਦੇ ਵਿੱਚ ਕਿਸੇ ਨੂੰ ਇਹ ਨਹੀਂ ਵੀ ਨੀਵਾਂ ਪਾਸਾ ਹੈ, ਪਰ ਤੁਸੀਂ ਇਤਿਹਾਸ ਦੇ ਵਿੱਚੋਂ ਇਸ ਗੱਲ ਨੂੰ ਪੜ੍ਹੋਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਇੱਕ ਗੱਲ ਆਉਂਦੀ ਹੈ। ਉਹ ਕਹਿੰਦੇ ਨੇ ਵੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਇੱਕ ਵਾਰ ਪੰਡਿਤ ਸੀ, ਤੇ ਉਹਨੂੰ ਸਤਿਗੁਰੂ ਨੇ ਕਿਹਾ ਵੀ ਭਾਈ ਤੁਸੀਂ ਆਹ ਜਿਹੜੀ ਸਿੱਖ ਸੰਗਤ ਇਹਨਾਂ ਨੂੰ ਸੰਸਕ੍ਰਿਤ ਪੜ੍ਹਾਇਆ ਕਰੋ। ਜ਼ਰੂਰੀ ਸੀ ਉਸ ਵੇਲੇ ਪੜ੍ਹਨੀ, ਕਿਉਂਕਿ ਬਹੁਤ ਗ੍ਰੰਥ ਜਿਹੜੇ ਸੀ ਉਸ ਲੈਂਗੁਏਜ ਦੇ ਵਿੱਚ ਲਿਖੇ ਗਏ ਸੀ, ਤੇ ਉਹਨਾਂ ਦੇ ਵਿੱਚ ਲਿਖਿਆ ਕੀ ਹੈ, ਜਾਣਕਾਰੀ ਲੈਣ ਦੇ ਲਈ ਜ਼ਰੂਰੀ ਸੀ। ਉਹਨੂੰ ਕਿਹਾ ਤੁਸੀਂ ਇਹਨਾਂ ਨੂੰ ਸੰਸਕ੍ਰਿਤ ਪੜ੍ਹਾਇਆ ਕਰੋ। ਹੁਣ ਉਹਦੇ ਦਿਮਾਗ ਦੇ ਵਿੱਚ ਉਹ ਜਿਹੜੀ ਗੱਲ ਫਸੀ ਪਈ ਹੈ ਵੀ ਜੇ ਮੈਂ ਬ੍ਰਾਹਮਣਾਂ ਤੇ ਪੜ੍ਹਾਵਾਂਗਾ ਵੀ ਬ੍ਰਾਹਮਣਾਂ ਨੂੰ, ਤੇ ਸਿੱਖ ਜਿਹੜੇ ਨੇ ਉਹਨਾਂ ਦੇ ਵਿੱਚੋਂ ਤੇ ਕੋਈ ਕਿਸੇ ਕੈਟਾਗਰੀ ਦੇ ਵਿੱਚੋਂ ਉੱਠ ਕੇ ਬਣਿਆ, ਕੋਈ ਕਿਸੇ ਕੈਟਾਗਰੀ ਦੇ ਵਿੱਚੋਂ ਉੱਠ ਕੇ ਬਣਿਆ, ਤੇ ਮੈਂ ਜਿਹੜੇ ਨੌਨ ਬ੍ਰਾਹਮਣ ਨੇ ਮੈਂ ਉਹਨਾਂ ਨੂੰ ਗ੍ਰੰਥ ਕਿੱਦਾਂ ਪੜ੍ਹਾ ਸਕਦਾ? ਉਹਨੇ ਮਨਾ ਕਰ ਦਿੱਤਾ, ਮੈਂ ਨਹੀਂ ਪੜ੍ਹਾ ਸਕਦਾ। ਔਰ ਖਿਆਲ ਪ੍ਰਚਲਿਤ ਹੈ, ਇਸੇ ਖਿਆਲ ਦੇ ਵਿੱਚੋਂ ਮਹਾਰਾਜ ਨੇ ਬਨਾਰਸ ਦੇ ਵਿੱਚ 5 ਸਿੱਖ ਭੇਜੇ ਸੀ, ਨਿਰਮਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਇਹ ਸਪੈਸ਼ਲ ਤੌਰ ਦੇ ਉੱਤੇ ਸਟੱਡੀ ਕਰਨ ਦੇ ਲਈ ਉੱਧਰ ਗਏ ਸੀ, ਤਾਂ ਕਿ ਉਹ ਵਿਦਿਆ ਦਾ ਹੱਕ ਜਿਹੜੇ ਕਹਿੰਦੇ ਸੀ ਨਾ ਬਨਾਰਸ ਦੇ ਵਿੱਚ ਬੈਠਿਆਂ ਦੇ ਕੋਲ ਹੈ ਵੀ ਅਸੀਂ ਹੀ, ਤੁਸੀਂ ਅਜੇ ਵੀ ਵੇਖ ਲਓ, ਬਨਾਰਸ ਦੇ ਬਾਰੇ ਪੜ੍ਹ ਕੇ ਵੇਖ ਲੈਣਾ, ਤੁਹਾਨੂੰ ਪਤਾ ਲੱਗ ਜਾਵੇਗਾ ਵੀ ਕਿੱਦਾਂ ਦੇ ਲੋਕ ਅਜੇ ਵੀ ਉੱਥੇ ਸਟੱਡੀ ਕਰਦੇ ਨੇ। ਉਹ ਉੱਥੇ 5 ਜਾਣੇ ਭੇਜੇ ਸੀ ਵੀ ਤੁਸੀਂ ਉੱਥੇ ਸਿੱਖ ਕੇ ਆਓ ਤੇ ਬਾਅਦ ਦੇ ਵਿੱਚ ਇੱਥੇ ਨੌਲੇਜ ਸਪਰੈਡ ਕਰੋ, ਇੱਥੇ ਦੱਸੋ ਸਾਰਿਆਂ ਨੂੰ ਆ ਜਿਹੜਾ ਰਾਈਟ ਲਈ ਫਿਰਦੇ ਨੇ ਨਾ ਵੀ ਅਸੀਂ ਹੀ ਪੜ੍ਹਨ ਵਾਲੇ ਤੇ ਅਸੀਂ ਹੀ ਪੜ੍ਹਾਉਣ ਵਾਲੇ, ਇਹ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਖਤਮ ਕਰਕੇ ਰੱਖ ਦਿੱਤਾ ਸੀ। ਪਰ ਦੁਨੀਆ ਦੇ ਵਿੱਚ ਪ੍ਰਚਲਿਤ ਸੀ ਵੀ ਉਹ ਪੜ੍ਹ ਸਕਦਾ, ਦੂਸਰੇ ਨਹੀਂ ਪੜ੍ਹ ਸਕਦੇ। ਤੁਸੀਂ ਡਾਕਟਰ BR ਅੰਬੇਦਕਰ ਦੀਆਂ ਲਿਖਤਾਂ ਪੜ੍ਹ ਕੇ ਵੇਖ ਲਓ, ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜਾਵੇਗੀ ਉਹਦੇ ਵਿੱਚ ਵੀ ਕਿੰਨਾ ਕਿੰਨਾ ਸਟਰਗਲ ਕੀਤਾ ਹੈ ਉਹਨਾਂ ਨੇ ਪੜ੍ਹਾਈ ਦਾ ਰਾਈਟ ਲੈਣ ਦੇ ਲਈ। ਜਿਹਦੇ ਕੋਲੋਂ ਪੜ੍ਹਾਈ ਖੋਹ ਲਈ ਗਈ, ਉਹਦੇ ਕੋਲੋਂ ਸਮਝ ਲਓ ਕੁਝ ਵੀ ਨਹੀਂ ਰਹਿ ਗਿਆ। ਔਰ ਮੈਂ ਹੋਰ ਕਹਿ ਦੇਵਾਂ, ਜਿੱਦਾਂ ਦਾ ਅੱਜ ਕੱਲ੍ਹ ਸਾਨੂੰ ਪੜ੍ਹਾਇਆ ਜਾ ਰਿਹਾ, ਤਾਂ ਨਾਮ ਹੀ ਪੜ੍ਹਾਉਣ 'ਤੇ ਬੜਾ ਵਧੀਆ ਹੈ। ਜਿੱਦਾਂ ਦਾ ਅੱਜ ਕੱਲ੍ਹ ਪੜ੍ਹਾਇਆ ਜਾ ਰਿਹਾ, ਇਹ ਤਾਂ ਤੋਤੇ ਤਿਆਰ ਕੀਤੇ ਜਾ ਰਹੇ ਨੇ। ਤੁਸੀਂ ਵੇਖਿਆ ਹੋਵੇ ਨਾ ਵੀ ਪੰਛੀਆਂ ਦੇ ਵਿੱਚੋਂ ਇੱਕ ਤੋਤਾ ਇੱਦਾਂ ਦਾ ਹੈ ਜਿਹੜਾ ਜੋ ਬੰਦੇ ਨੂੰ ਸਿਖਾਓ, ਬੰਦਾ ਉਹਨੂੰ ਸਿਖਾਉਂਦਾ ਸਿੱਖ ਲੈਂਦਾ। ਆ ਸਾਡੇ ਪੜ੍ਹੇ ਲਿਖੇ ਬਹੁਤੇ ਤੋਤੇ ਹੀ ਨੇ ਅੱਜ ਕੱਲ੍ਹ। ਤੁਸੀਂ ਵੇਖੋ, ਉਹਨਾਂ ਨੇ ਮਤਲਬ ਨਹੀਂ ਹੈਗਾ ਵੀ ਸੱਚ ਕੀ ਹੈ ਝੂਠ ਕੀ ਹੈ, ਬਸ ਸਾਨੂੰ ਸਿਖਾਤਾ ਹੈ ਜੀ ਤੇ ਇੱਦਾਂ ਹੀ ਬੋਲਣਾ ਹੈ। ਤੁਸੀਂ ਵੇਖਦੇ ਪਏ ਜੇ ਕਿੰਨੀ ਆਪਣੀ ਫਜ਼ੀਅਤ ਕਰਾ ਰਹੇ ਨੇ, ਪਰ ਨੌਲੇਜ ਵੇਖੋ। ਮੈਂ ਉਦਾਹਰਨਾਂ ਨਹੀਂ ਦੇਵਾਂਗਾ, ਪਰ ਮੈਂ ਆਪ ਜੀ ਜ਼ਿਆਦਾ ਵੇਖਦੇ ਤੇ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹਿਆਂ ਤੋਂ ਬਚੋ।
ਆਪ ਵੀ ਨਾ ਇਦਾਂ ਦੇ ਬਣ ਜਾਈਏ। ਨੌਲੇਜ ਦਾ ਮਤਲਬ ਹੁੰਦਾ ਗਿਆਨ ਦਾ ਦੀਵਾ ਸਾਡੇ ਅੰਦਰ ਜਗ ਪਵੇ। ਨੌਲੇਜ ਦਾ ਮਤਲਬ ਇਹ ਨਹੀਂ ਹੁੰਦਾ ਵੀ ਮੈਨੂੰ 4 ਕਿਤਾਬਾਂ ਪੜ੍ਹ ਲਈਆਂ ਤੇ ਬਸ ਮੈਂ ਕਿਤਾਬਾਂ ਤੋਂ ਬਾਹਰ ਨਹੀਂ ਸੋਚਣਾ। ਔਰ ਸੱਚੀ ਗੱਲ ਜੇ ਸਾਡੇ ਦੇਸ਼ ਦੇ ਵਿੱਚ ਜਿਹੜੇ ਬੱਚੇ ਸੰਸਕ੍ਰਿਤ ਪੜ੍ਹਦੇ ਨੇ ਸਿਰਫ ਇਸ ਕਰਕੇ ਸੰਸਕ੍ਰਿਤ ਪੜ੍ਹਦੇ ਨੇ ਸਾਨੂੰ ਸੰਸਕ੍ਰਿਤ ਆ ਜਾਵੇ, ਇਹਦੇ ਤੋਂ ਮਤਲਬ ਨਹੀਂ ਵੀ ਵੱਧ ਗੱਲ ਦੇ ਲਈ ਸੰਸਕ੍ਰਿਤ ਪੜ੍ਹਨਾ। ਸਾਡੇ ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਪਹਿਲਾਂ ਵੀ ਗੱਲ ਕਰਦਾ ਹਾਂ ਕਿ ਪੜ੍ਹਿਆ ਸਿਰਫ ਇਸ ਕਰਕੇ ਜਾ ਰਿਹਾ ਵੀ 4 ਨੰਬਰ ਚੰਗੇ ਆ ਜਾਣ ਤੇ 4 ਨੌਕਰੀਆਂ ਚੰਗੀਆਂ ਕਰ ਲਵਾਂਗੇ। ਇਹਦੇ ਤੋਂ ਉੱਤੇ ਮਤਲਬ ਹੀ ਨਹੀਂ ਹੈ ਕਿ ਪੜ੍ਹਾਈ ਕੋਈ ਚੀਜ਼ ਹੈ। ਇਹ ਕੰਮ ਕਿਹਦੇ ਕੋਲ ਸੀ? ਬ੍ਰਾਹਮਣ ਬਣਨ ਦਾ ਰਾਈਟ ਮੇਰੇ ਕੋਲ ਰਵੇ, ਹੱਕ ਮੇਰੇ ਕੋਲ ਰਵੇ। ਜੇ ਸਾਰੀ ਦੁਨੀਆ ਪੜ੍ਹ ਗਈ ਤੇ ਮੇਰੀ ਗੱਲ ਕੌਣ ਸੁਣੇਗਾ? ਅੱਗੋਂ ਤੋਂ ਲੋਕ ਦਲੀਲਾਂ ਦੇਣਗੇ, ਅੱਗੋਂ ਤੋਂ ਲੋਕ ਸਵਾਲ ਕਰਨਗੇ। ਮਹਾਰਾਜ ਕਹਿੰਦੇ ਨੇ, ਜੋਗੀ ਕਹਿੰਦੇ ਨੇ ਸਾਡਾ ਧਰਮ ਹੈ ਗਿਆਨ ਲੈਣਾ। ਬ੍ਰਾਹਮਣ ਕਹਿੰਦਾ ਹੈ ਮੇਰਾ ਧਰਮ ਹੈ ਵੇਦਾਂ ਨੂੰ ਪੜ੍ਹਨਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ। ਹੁਣ ਅਗਲੀ ਗੱਲ ਆ ਗਈ ਖੱਤਰੀ ਸ਼ਬਦੰ। ਇਹ ਜਿਹੜਾ ਵਰਨ ਆਸ਼ਰਮ ਹੁੰਦਾ ਹੈ ਉਹਦੇ ਵਿੱਚ ਜਿਹੜੇ ਨੇ ਬ੍ਰਾਹਮਣ ਤੋਂ ਬਾਅਦ 'ਚ ਆਉਂਦੇ ਨੇ ਖੱਤਰੀ, ਜਿਹਨਾਂ ਨੂੰ ਕਸ਼ਤਰੀਏ ਕਿਹਾ ਜਾਂਦਾ ਹੈ। ਇਹਨਾਂ ਦਾ ਕੰਮ ਕੀ ਹੈ? ਕਿਰਪਾਨ ਦੇ ਨਾਲ ਮੁਕਾਬਲਾ ਕਰਨਾ। ਔਰ ਇਹਨਾਂ ਦੀ ਤਿਆਰੀ ਹੀ ਸਪੈਸ਼ਲ ਇਸ ਕਰਕੇ ਕੀਤੀ ਜਾਂਦੀ ਸੀ ਵੀ ਤੁਹਾਡਾ ਕੰਮ ਪੜ੍ਹਨਾ ਨਹੀਂ ਹੈ, ਤੁਹਾਡਾ ਕੰਮ ਅਤੇ ਕਿਰਪਾਨਾਂ ਚਲਾਉਣੀਆਂ ਨੇ। ਇਸ ਕਰਕੇ ਮੈਂ ਸ਼ਬਦ ਵਰਤਾਂਗਾ, ਇਹਨਾਂ ਨੂੰ ਫੁਲਾਇਆ ਹੀ ਇੰਨਾ ਜਾਂਦਾ ਸੀ ਵੀ ਤੁਸੀਂ ਕਿਤਾਬਾਂ ਵੱਲ ਵੇਖਣਾ ਵੀ ਨਹੀਂ ਹੈ, ਤੁਹਾਡਾ ਕੰਮ ਤੇ ਕਿਰਪਾਨਾਂ ਵਾਲਾ ਹੈ। ਉਹ ਇਸੇ ਖਰਚੇ ਵਿੱਚ ਬੜਾ ਖੁਸ਼ ਸੀ ਵੀ ਅਸੀਂ ਵੇਖੋ ਜੀ ਬੰਦੇ ਮਾਰ ਕੇ ਪਰੇ ਸੁੱਟ ਦਿੰਦੇ ਹਾਂ। ਉਹ ਅਸਲ ਦੇ ਵਿੱਚ ਜਿਹੜਾ ਕਿਤਾਬਾਂ ਲੈ ਕੇ ਬੈਠਾ ਹੋਇਆ ਸੀ ਉਹ ਚਾਹੁੰਦਾ ਤੇ ਬੰਦੇ ਮਰਵਾ ਦਿੰਦਾ ਸੀ ਤੇ ਚਾਹੁੰਦਾ ਸੀ ਤੇ ਬੰਦੇ ਬਚਾ ਲੈਂਦਾ ਸੀ। ਜਿਹਦੇ ਕੋਲ ਇਕੱਲਾ ਹਥਿਆਰ ਹੈ, ਵਿਚਾਰ ਨਹੀਂ ਹੈ, ਉਹ ਫਿਰ ਜਦੋਂ ਵੀ ਚੱਲੇਗਾ ਉਹਦਾ ਕੰਮ ਸਿਰਫ ਬੰਦੂਕ ਦੀ ਗੋਲੀ ਵਰਗਾ ਹੈ। ਉਹ ਬੰਦੂਕ ਨਹੀਂ ਕਦੀ ਬਣ ਸਕਦਾ। ਉਹਨੇ ਜਿੱਥੇ ਚੱਲਣਾ ਉੱਥੇ ਨੁਕਸਾਨ ਹੀ ਕਰਨਾ, ਕਿਉਂਕਿ ਆਪ ਨਹੀਂ ਕੁਝ ਕਰ ਸਕਦਾ ਤੇ ਚੱਲਿਆ ਹੋਇਆ ਹੈ। ਬਸ ਜੋ ਅੱਜ ਕੱਲ੍ਹ ਦੇ ਲੋਕ ਚੱਲਦੇ ਪਏ ਨੇ, ਆਪਣਾ ਕੋਈ ਖਿਆਲ ਨਹੀਂ, ਬਸ ਉਹ ਜਿੱਥੇ ਨੌਲੇਜ ਆ ਗਈ ਉੱਥੇ ਸੁੱਟਣੀ ਹੈ। ਬਸ ਵੀ ਸਾਨੂੰ ਕਿਸੇ ਪਿੱਛੋਂ ਕਿਸੇ ਨੇ ਭਰ ਕੇ ਸੁੱਟਿਆ ਹੋਇਆ ਹੈ। ਇਹ ਇੱਦਾਂ ਦੇ ਬੰਦੇ ਨੇ। ਬੁਰਾ ਨਹੀਂ, ਇਹ ਸਾਰੀਆਂ ਚੀਜ਼ਾਂ ਇਕੱਲੇ ਬੰਦੇ ਦੇ ਵਿੱਚ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ। ਗਿਆਨ ਹਰ ਇੱਕ ਦੇ ਵਿੱਚ ਹੋਣਾ ਚਾਹੀਦਾ ਹੈ। ਪੜ੍ਹਾਈ ਕਿਹਨੂੰ ਨਹੀਂ ਆਉਣੀ ਚਾਹੀਦੀ, ਜਾਂ ਹਥਿਆਰ ਕਿਹਨੂੰ ਨਹੀਂ ਚਲਾਉਣੇ ਆਉਣੇ ਚਾਹੀਦੇ? ਸਾਰਿਆਂ ਨੂੰ ਆਉਣੇ ਚਾਹੀਦੇ ਨੇ। ਪਰ ਉਹਨੂੰ ਸਪੈਸ਼ਲ ਕਰ ਦੇਣਾ ਵੀ ਆਹ ਹਥਿਆਰ ਸਿਰਫ ਇਸ ਕੈਟਾਗਰੀ ਦੇ ਲਈ ਹੈ। ਆਪ ਜੀ ਦੇ ਅੱਗੇ ਹੋਰ ਗੱਲ ਰੱਖਦੇ ਹਾਂ। ਔਰੰਗਜ਼ੇਬ ਦੇ ਵੇਲੇ ਇੱਕ ਕਾਨੂੰਨ ਨਿਕਲਦਾ ਹੈ। ਕਾਨੂੰਨ ਇਸ ਗੱਲ ਦਾ ਹੈ ਵੀ ਖੱਤਰੀਆਂ ਤੋਂ ਬਿਨਾਂ ਕੋਈ ਵੀ ਜਾਣਾ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ। ਖੱਤਰੀਆਂ ਤੋਂ ਬਿਨਾਂ ਕੋਈ ਵੀ ਜਾਣਾ ਦਸਤਾਰ ਨਹੀਂ ਸਜਾ ਸਕਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੇਰੀਆਂ ਦੋਵੇਂ ਗੱਲਾਂ ਨੂੰ ਚੈਲੰਜ ਕਰਦੇ ਹਾਂ। ਸਾਡੇ ਇਕੱਲੇ ਦੇ ਸਿਰ ਤੇ ਦਸਤਾਰ ਵੀ ਹੈ ਤੇ ਹਰ ਇੱਕ ਸਿੱਖ ਘੋੜੇ ਤੇ ਵੀ ਸਵਾਰ ਹੋਵੇਗਾ। ਇਹ ਦੂਸਰਾ ਪਾਸਾ। ਬਹਾਦਰ ਸ਼ਾਹ ਦੇ ਵੇਲੇ ਸਪੈਸ਼ਲ ਇੱਕ ਰੂਲ ਨਿਕਲਿਆ ਵੀ ਖਾਸ ਲੰਬਾਈ ਤੋਂ ਵੱਧ ਕੋਈ ਦਾੜੀ ਨਹੀਂ ਰੱਖ ਸਕਦਾ। ਸਿੱਖਾਂ ਨੇ ਉੱਥੇ ਵੀ ਚੈਲੰਜ ਕੀਤਾ ਹੈ। ਮੈਂ ਇਸ ਕਰਕੇ ਇਹ ਗੱਲਾਂ ਆਪ ਜੀ ਦੇ ਅੱਗੇ ਰੱਖਦਾ ਪਿਆ ਹਾਂ ਵੀ ਜਦੋਂ ਕੋਈ ਇਸ ਗੱਲ ਨੂੰ ਸਪੈਸ਼ਲਾਈਜ਼ ਕਰ ਦਿੰਦਾ ਵੀ ਇਸ ਕੈਟੇਗਰੀ ਦੇ ਵਿੱਚ ਜੰਮਿਆ ਹੈ ਤੇ ਇਹਦੇ ਲਈ ਬਸ ਇਹੋ ਹੀ ਹੈ, ਉਹਨੇ ਦੂਸਰਾ ਕੁਝ ਨਹੀਂ ਕਰਨਾ। ਸਤਿਗੁਰੂ ਉਹਨਾਂ ਲੋਕਾਂ ਦੀ ਗੱਲ ਕਰਦੇ ਪਏ ਨੇ। ਖੱਤਰੀ ਨੂੰ ਕੀ ਕਹਿ ਦਿੱਤਾ ਵੀ ਤੁਹਾਡਾ ਕੰਮ ਤੇ ਸੂਰਮਿਆਂ ਵਾਲਾ ਹੈ, ਤੁਸੀਂ ਤੇ ਕਿਰਪਾਨਾਂ ਚਲਾਉਣੀਆਂ ਨੇ। ਇਸ ਕਰਕੇ ਤੁਸੀਂ ਉਹਨਾਂ ਦੇ ਲਾਗੇ ਬੈਠ ਜਾਓ ਨਾ। ਬਸ ਉਹ ਇੱਕੋ ਹੀ ਗੱਲ ਨੂੰ ਕਹਿੰਦੇ ਨੇ, ਸਾਨੂੰ ਕੀ ਲੱਗੇ ਪੜ੍ਹਾਈ ਦੇ ਨਾਲ, ਸਾਡਾ ਕੰਮ ਤੇ ਕਿਰਪਾਨਾਂ ਚਲਾਉਣੀਆਂ ਨੇ। ਇਸੇ ਗੱਲ ਦੇ ਵਿੱਚ ਖੁਸ਼ ਨੇ। ਹੁਣ ਕੀ ਹੋ ਗਿਆ? ਸ਼ੂਦਰ ਸ਼ਬਦੰ ਪ੍ਰਾਕ੍ਰਿਤ। ਇਹਦੇ ਵਿੱਚ ਵੇਖੋ ਵੈਸ਼ ਦੀ ਗੱਲ ਨਹੀਂ ਕੀਤੀ ਗਈ। ਤੇ ਵੈਸ਼ ਤੇ ਸ਼ੂਦਰ ਜਿਹੜਾ ਹੈ ਉਹ ਲਗਭਗ ਇੱਕੋ ਹੀ ਕੈਟੇਗਰੀਜ਼ ਦੇ ਵਿੱਚ ਆ ਜਾਂਦੇ। ਹਾਲਾਂਕਿ ਵੈਸ਼ ਥੋੜ੍ਹਾ ਜਿਹਾ ਉੱਤੇ ਤੇ ਹੈ, ਪਰ ਕੰਮ ਇਹਨਾਂ ਦਾ ਲੋਕਾਂ ਦੇ ਲਈ ਹੀ ਵੀ ਸੇਵਾ ਹੀ ਕਰਨੀ ਹੈ ਤੁਸੀਂ। ਹੁਣ ਸਤਿਗੁਰੂ ਕਹਿੰਦੇ ਨੇ ਸ਼ੂਦਰ ਸ਼ਬਦੰ ਪ੍ਰਾਕ੍ਰਿਤ। ਸ਼ੂਦਰ ਦਾ ਧਰਮ ਕੀ ਹੈ? ਉਹਨੂੰ ਇੱਕੋ ਹੀ ਗੱਲ ਸਿਖਾ ਦਿੱਤੀ ਗਈ ਵੀ ਤੇਰਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ। ਪ੍ਰਾਕਿਰਤ ਦਾ ਮਤਲਬ ਪਰਾਇਆਂ ਦੀ ਕਿਰਤ ਕਰਨੀ ਹੈ। ਤੁਸੀਂ ਹੈਰਾਨ ਹੋ ਜਾਓਗੇ ਇਸ ਗੱਲ ਨੂੰ, ਜਾਂ ਪੜ੍ਹਦੇ ਵੀ ਹੋਵੋਗੇ ਵੈਸੇ ਤੇ ਉਹਨਾਂ ਦਾ ਕੰਮ ਕਿੱਦਾਂ ਦਾ ਹੁੰਦਾ ਸੀ ਵੀ ਅਸੀਂ ਘਰ ਦੇ ਵਿੱਚ ਬੈਠੇ ਹਾਂ ਤੇ ਜੇ ਸਾਨੂੰ ਘਰ ਦੇ ਵਿੱਚ 40-50 ਲੀਟਰ ਰੋਜ਼ ਦਾ ਪਾਣੀ ਚਾਹੀਦਾ ਹੈ ਤਾਂ ਉਹਨੂੰ ਭੇਜ ਦੇਣਾ ਵੀ ਜਾ ਕੇ ਖੂਹ ਦੇ ਵਿੱਚੋਂ ਪਾਣੀ ਲੈ ਕੇ ਆ ਸਾਡੇ ਲਈ। ਉਹਨੇ ਵਿਚਾਰੇ ਨੇ ਸਾਰਾ ਦਿਨ ਮੋਢਿਆਂ ਦੇ ਉੱਤੇ ਪਾਣੀ ਚੁੱਕ ਕੇ ਤੇ ਜਾਂ ਆਪਣੇ ਜਾਨਵਰਾਂ ਦੇ ਨਾਲ ਪਾਣੀ ਢੋਂਦੇ ਨੇ ਉਹਨੇ ਵਿਚਾਰੇ ਨੇ ਸਾਰਾ ਦਿਨ ਲੋਕਾਂ ਦਾ ਪਾਣੀ ਹੀ ਢੋਂਦੇ ਰਹਿਣਾ। ਤੇ ਅਜੇ ਇੱਧਰੋਂ ਵਿਹਲੇ ਹੋਣਾ ਤੇ ਫਿਰ ਉਹਨੂੰ ਕਦੀ ਕਿਤੇ ਸੁਨਾਹ ਦੇਣ ਭੇਜਣਾ, ਕਦੀ ਕਿਤੇ ਸੁਨਾਹ ਦੇਣ ਭੇਜਣਾ। ਉਹਦਾ ਇਹੋ ਹੀ ਕੰਮ ਹੁੰਦਾ ਸੀ ਵਿਚਾਰੇ ਦਾ। ਔਰ ਈਵਨ ਕਿ ਉਹ ਆਪਣੇ ਨਾਂ ਦੇ ਉੱਤੇ ਜ਼ਮੀਨ ਵੀ ਨਹੀਂ ਸੀ ਖਰੀਦ ਸਕਦਾ। ਤੇ ਜਦੋਂ ਜ਼ਮੀਨ ਉਹਦੇ ਨਾਂ ਤੇ ਨਹੀਂ ਹੈ, ਇਹਦਾ ਮਤਲਬ ਜਿੱਥੇ ਰਹਿ ਰਿਹਾ ਹੈ ਉਹ ਕਿਸੇ ਬੰਦੇ ਦੇ ਅਧੀਨ ਰਹਿ ਰਿਹਾ ਹੈ, ਨੌਕਰ ਬਣ ਕੇ ਰਹਿ ਰਿਹਾ।
ਅਸੀਂ ਕਹਿੰਦੇ ਹਾਂ ਨਾ ਵੀ ਅਰਬ ਦੇ ਵਿੱਚ ਸਲੇਵਰੀ ਹੈ, ਜਾਂ ਕ੍ਰਿਸਚੈਨਿਟੀ ਦੀ ਵਿੱਚ ਅਸੀਂ ਗੱਲ ਪੜ੍ਹਦੇ ਹਾਂ ਵੀ ਉੱਥੇ ਵੇਖੋ ਕਾਲਿਆਂ ਨੇ ਵਿਚਾਰਿਆਂ ਨੇ ਕਿੰਨਾ ਚਿਰ ਜਿਹੜੀ ਹੈ ਉਹ ਗੁਲਾਮੀ ਕੀਤੀ ਹੈ। ਸਾਡੇ ਲੋਕਾਂ ਦਾ ਵੀ ਹਾਲ ਇਹੋ ਹੀ ਹੈ ਲਗਭਗ। ਇਹਨਾਂ ਨੂੰ ਪੜ੍ਹ ਕੇ ਵੇਖੋ ਕੀ ਬਣਦਾ ਪਿਆ। ਉੱਥੇ ਕੀ ਹੈ, ਬ੍ਰਾਹਮਣ ਨੂੰ ਸਿਖਾ ਦਿੱਤਾ ਵੀ ਤੂੰ ਗ੍ਰੰਥ ਪੜ੍ਹਨੇ ਨੇ, ਖੱਤਰੀ ਨੂੰ ਸਿਖਾ ਦਿੱਤਾ ਹੈ ਵੀ ਤੇਰਾ ਕੰਮ ਕਿਰਪਾਨ ਫੜਨੀ ਹੈ। ਇੱਦਾਂ ਸ਼ੂਦਰ ਦੇ ਦਿਲ ਦੇ ਵਿੱਚ ਗੱਲ ਬਿਠਾ ਦਿੱਤੀ ਹੈ ਵੀ ਤੇਰਾ ਕੰਮ ਜਿਹੜਾ ਲੋਕਾਂ ਦੀ ਸੇਵਾ ਕਰਨੀ ਹੈ। ਇਹਨੂੰ ਕਈ ਪਤਾ ਕੀ ਕਹਿੰਦੇ ਨੇ, ਲੈ ਕਿਸੇ ਨੇ ਥੋੜ੍ਹਾ ਕਿਹਾ ਸੀ ਵੀ ਉਹਨਾਂ ਨੂੰ ਵੀ ਤੁਸੀਂ ਸੇਵਾ ਕਰੋ ਲੋਕਾਂ ਦੀ। ਅਸਲ ਦੇ ਵਿੱਚ ਜਦੋਂ ਲੋਕਾਂ ਦੀ ਸੋਰਸ ਹੀ ਖਤਮ ਹੋ ਜਾਣ ਤਾਂ ਲੋਕਾਂ ਨੇ ਫਿਰ ਉਸੇ ਕੰਮ ਦੇ ਵਿੱਚ ਜਾਣਾ ਹੀ ਹੁੰਦਾ, ਮਜਬੂਰੀ ਰਹਿ ਜਾਂਦੀ ਹੈ ਉਹਨਾਂ ਲੋਕਾਂ ਦੀ। ਹੁਣ ਇੱਥੋਂ ਤੱਕ ਮੈਂ ਆਪ ਜੀ ਦੇ ਅੱਗੇ ਬੇਨਤੀ ਕਰ ਦੇਵਾਂ, ਮਰਦ ਕਹਿੰਦੇ ਸੂਦ ਵੈਸ਼ ਪਰ ਕਿਰਤ ਕਮਾਵੇ, ਅਨਹਾਲ ਉਹੀ ਹੈ। ਉਹ ਵਿਚਾਰੇ ਦੋਵੇਂ ਇੱਕ ਦੂਸਰੇ ਦਾ, ਉਹਨਾਂ ਦਾ ਕੰਮ ਹੀ ਹੈ ਵੀ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ। ਹੁਣ ਇਹ ਖਿਆਲ ਹੈ ਜਿਹੜਾ ਮਰਦ ਕਹਿੰਦੇ ਵੀ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਵੀ ਬ੍ਰਾਹਮਣ ਦਾ ਆਹ ਕੰਮ, ਜੋਗੀ ਦਾ ਆਹ ਕਰਮ, ਖੱਤਰੀ ਦਾ ਆਹ ਕਰਮ ਤੇ ਸ਼ੂਦਰ ਦਾ ਆਹ ਕੰਮ। ਇਹ ਗੁਰਮਤ ਦਾ ਖਿਆਲ ਨਹੀਂ ਹੈ। ਹੁਣ ਗੁਰਮਤ ਦਾ ਖਿਆਲ ਇੱਥੋਂ ਸ਼ੁਰੂ ਹੋ ਰਿਹਾ ਹੈ। ਸਰਬ ਸ਼ਬਦੰ ਏਕ ਸ਼ਬਦੰ। ਮਰਦ ਕਹਿੰਦੇ ਨੇ ਭਾਵੇਂ ਕੋਈ ਵੀ ਹੋਵੇ। ਇਹ ਤਾਂ ਚਲੋ ਮੇਨ ਜਿਹੜੀਆਂ ਨੇ ਕੈਟਾਗਰੀਜ਼ ਨੇ। ਇਹਨਾਂ ਤੋਂ ਅੱਗੇ ਹੁਣ ਅਸੀਂ ਆਪਣੀ ਕੈਟਾਗਰੀਜ਼ ਦੀ ਗੱਲ ਕਰ ਲਈਏ। ਜੇ ਅੱਜ ਦੇ ਸੰਦਰਭ ਦੇ ਵਿੱਚ ਅਸੀਂ ਪੜ੍ਹ ਲਈਏ ਤੇ ਅੱਜ ਦੇ ਬ੍ਰਾਹਮਣ ਕੌਣ ਨੇ? ਟੀਚਰਸ ਜਿੰਨੇ ਵੀ, ਭਾਵੇਂ ਸਕੂਲ ਦੇ ਹੋਣ, ਕਾਲਜ ਦੇ ਹੋਣ, ਯੂਨੀਵਰਸਿਟੀਜ਼ ਦੇ ਹੋਣ, ਕਿਸੇ ਵੀ ਥਾਂ ਦੇ ਉੱਤੇ ਹੋਣ, ਜਿੰਨੀਆਂ ਵੀ ਇੰਸਟੀਟਿਊਸ਼ਨ ਚੱਲਦੀਆਂ ਪਈਆਂ ਨੇ, ਚਾਹੇ ਗੁਰਦੁਆਰੇ ਵਾਲੀ ਵੀ ਉਹਦੇ ਵਿੱਚ ਹੀ ਆ ਜਾਂਦੀ ਹੈ। ਇਹ ਸਾਰੇ ਹੀ ਆ ਜਾਂਦੇ ਨੇ। ਇਹ ਜ਼ਾਤ ਕਰਕੇ ਨਹੀਂ, ਕਰਮਾਂ ਕਰਕੇ, ਕੰਮ ਕਰਕੇ ਇਹ ਸਾਰੇ ਹੀ ਨੇ ਅੱਜ ਕੱਲ੍ਹ। ਖੱਤਰੀ ਕੌਣ ਨੇ? ਜਿੰਨੀ ਵੀ ਦੇਸ਼ ਨੇ ਉਨੀ ਜਿੰਨੇ ਦੇਸ਼ਾਂ ਦੀ ਆਰਮੀ ਹੈ, ਚਾਹੇ ਉਹ ਨੇਵੀ ਹੈ, ਚਾਹੇ ਏਅਰ ਫੋਰਸ ਹੈ, ਚਾਹੇ ਕਿਸੇ ਵੀ ਰੂਪ ਦੇ ਵਿੱਚ ਹੈ, ਇਹ ਸਾਰੇ ਕੌਣ ਨੇ? ਇਹ ਸਮਝ ਲਓ ਵੀ ਅੱਜ ਦੀ ਬੋਲੀ ਦੇ ਵਿੱਚ ਖੱਤਰੀ ਕਹਿ ਦਈਏ। ਜਾਤ ਕਰਕੇ ਨਹੀਂ, ਜਨਮ ਕਰਕੇ ਨਹੀਂ, ਕਰਮਾਂ ਕਰਕੇ। ਕਰਮ ਦਾ ਮਤਲਬ ਹੁੰਦਾ ਹੈ ਵੀ ਉਹਨਾਂ ਨੂੰ ਆਹ ਕੰਮ ਮਿਲ ਗਿਆ ਹੈ, ਇਹ ਕੰਮ ਮਿਲ ਗਿਆ ਹੈ। ਜਿੱਦਾਂ ਜਨਮ ਤੋਂ ਇਹ ਨਹੀਂ ਹੁੰਦਾ ਵੀ ਜਿਹੜੇ ਬੰਦੇ ਨੇ PhD ਕੀਤੀ ਹੈ ਉਹਦੇ ਘਰ ਦੇ ਵਿੱਚ ਬੇਟੇ ਦਾ ਜਨਮ ਹੋਇਆ ਤੇ ਬੇਟੇ ਨੇ ਵੀ ਨਾਲੇ PhD ਕਰ ਲਈ। ਕਿਉਂਕਿ ਸਾਡੀ ਪ੍ਰੋਬਲਮ ਇਹ ਹੁੰਦੀ ਹੈ ਵੀ ਜਿਹੜਾ ਕੰਮ ਸਾਡੇ ਬਾਪੂ ਕਰਦੇ ਹੁੰਦੇ ਨੇ ਤੇ ਗਾਂ ਬੱਚੇ ਭਾਵੇਂ ਨਾ ਵੀ ਕਰਨ, ਨਾ ਉਹੀ ਪੈ ਜਾਂਦੇ ਨੇ। ਇੱਥੋਂ ਦਾ ਤਾਂ ਮੈਨੂੰ ਪਤਾ ਨਹੀਂ। ਸਾਡੇ ਉੱਧਰ ਜੇ ਮਤਲਬ ਕੋਈ ਘਰ 'ਚੋਂ ਇੱਕ ਦਿਨ ਵਕਾਲਤ ਕਰ ਲਈ ਤਾਂ ਸਾਰਾ ਟੱਬਰ ਹੀ ਵਕੀਲਾਂ ਦਾ ਹੋ ਜਾਂਦਾ, ਭਾਵੇਂ ਬਾਅਦ 'ਚ ਕਿਸੇ ਨੇ ਕਿਤਾਬ ਵੀ ਨਾ ਖੋਲ੍ਹੀ ਹੋਵੇ। ਇਹ ਸਾਡੇ ਦੇਸ਼ ਦੀ ਹਾਲਤ ਹੈ। ਇਹ ਕਿੰਨਾਂ ਦਾ ਟੱਬਰ ਹੈ ਜੀ? ਇਹ ਜਿਹੜੇ ਸਕੂਲੇ ਪੜ੍ਹਾਉਂਦੇ ਨੇ ਮਾਸਟਰਾਂ ਦਾ ਟੱਬਰ ਹੈ। ਮਾਸਟਰ ਭਾਵੇਂ ਇੱਕ ਹੀ ਹੋਵੇ ਉਹਦੇ ਵਿੱਚ। ਇਸ ਕਰਕੇ ਇਹ ਜੁੜ ਜਾਂਦਾ ਹੈ ਜਨਮ ਦੇ ਨਾਲ। ਪਰ ਗੁਰਮਤ ਨਹੀਂ ਮੰਨਦੀ। ਸਤਿਗੁਰੂ ਕਹਿੰਦੇ ਨੇ ਧਰਮ ਦੇ ਨਾਲ ਸੰਬੰਧ ਕਦੋਂ ਬਣਦਾ ਹੈ? ਮੰਨੈ ਧਰਮ ਸੇਤੀ ਸੰਬੰਧ। ਧਰਮ ਦਾ ਸੰਬੰਧ ਮੰਨਣ ਦੇ ਨਾਲ ਹੈ, ਜਨਮ ਲੈਣ ਦੇ ਨਾਲ ਨਹੀਂ ਬਣਦਾ। ਭਾਵੇਂ ਅਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਜੰਮ ਪੈਂਦੇ ਹਾਂ, ਉਹ ਅਗਲੀ ਗੱਲ ਹੈ। ਹੁਣ ਸਤਿਗੁਰੂ ਕੀ ਕਹਿੰਦੇ ਨੇ? ਇੱਕ ਪ੍ਰਚਲਿਤ ਖਿਆਲ ਹੈ ਵੀ ਆਹ ਜਿਹੜੇ ਲੋਕ ਨੇ ਉਹ ਇਹ ਕੰਮ ਕਰਦੇ ਨੇ। ਜ਼ਰੂਰੀ ਹੈ ਬੰਦੇ ਦੇ ਲਈ, ਮੈਂ ਬੇਨਤੀ ਕਰ ਦੇਵਾਂ, ਗਿਆਨ ਹੋਣਾ ਜ਼ਰੂਰੀ ਹੈ ਬੰਦੇ ਲਈ, ਸ਼ਸਤਰ ਵਿੱਦਿਆ ਆਉਣੀ। ਤੇ ਆਪਾਂ ਗੱਲ ਕਰਦੇ ਪਏ ਵੀ ਜੀ ਅੱਜ ਦੇ ਕੰਟੈਕਸਟ ਦੇ ਵਿੱਚ ਇਸ ਗੱਲ ਨੂੰ ਸਮਝ ਕੇ ਵੇਖੀਏ, ਜਿੰਨੇ ਟੀਚਰ ਨੇ ਸਮਝ ਲਓ ਬ੍ਰਾਹਮਣਾਂ ਵਾਲੇ ਕੰਮ ਕਰਦੇ ਪਏ ਨੇ, ਜਿੰਨੀ ਜਿਹੜੀ ਆਰਮੀ ਹੈ ਉਹ ਸਾਰੀ ਖੱਤਰੀਆਂ ਵਾਲਾ ਕੰਮ ਕਰਦੀ ਪਈ ਹੈ। ਫਿਰ ਜਿਹੜੇ ਲੋਕ ਨੇ, ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ, ਮੰਨ ਲਓ ਕਿਸੇ ਵੀ ਡਿਪਾਰਟਮੈਂਟਸ ਦੇ ਲੋਕ ਨੇ, ਚਾਹੇ ਉਹ ਆਫਿਸ ਦੇ ਵਿੱਚ ਬੈਠੇ ਹੋਏ ਨੇ, ਕਿੱਡੀ ਵਧੀਆ ਨੌਕਰੀ ਕਰਦੇ ਪਏ ਨੇ। ਪੜ੍ਹਨ ਪੜ੍ਹਾਉਣ ਦਾ ਕੰਮ ਤਾਂ ਕਰਦੇ ਨਹੀਂ ਪਏ। ਹੁਣ ਵੀ ਅਸੀਂ ਆਫਿਸ ਦੇ ਵਿੱਚ ਜਿਹੜੇ ਲੋਕ ਸਾਡੇ ਕੋਲ ਆਏ ਨੇ, ਅਸੀਂ ਕੀ ਕਰਦੇ ਪਏ ਹਾਂ ਵੀ ਅਸੀਂ ਲੋਕਾਂ ਨੂੰ ਇੱਥੇ ਪੜ੍ਹਾ ਰਹੇ ਹਾਂ। ਉਹ ਪਬਲਿਕ ਸਰਵਿਸ ਦੇ ਵਿੱਚ ਲੱਗੇ ਹੋਏ ਨੇ। ਪਬਲਿਕ ਸਰਵਿਸ ਦਾ ਮਤਲਬ ਜਿੱਦਾਂ ਬੈਂਕ ਦੇ ਵਿੱਚ ਲੱਗੇ ਹੋਏ ਲੋਕ ਨੇ, ਹੋ ਸਕਦਾ ਉਹਨਾਂ ਦੀ 1 1.5 ਲੱਖ ਤਨਖਾਹ ਹੋਵੇ, ਪਰ ਉਹਨੂੰ ਤੁਸੀਂ ਕਹਿ ਕੇ ਵੇਖੋ ਕਿ ਤੁਸੀਂ ਲੋਕਾਂ ਦੀ ਸੇਵਾ ਦੇ ਵਿੱਚ ਆ, ਵੇਖੋ ਕਿੱਥੇ ਜਾਂਦਾ ਹੰਕਾਰ ਉਹਨਾਂ ਦਾ। ਤੇ ਨਾਮ ਕੀ ਉਹਨਾਂ ਦਾ? ਉਹ ਜਦੋਂ ਰਿਟਾਇਰ ਹੋਣਗੇ ਨਾ ਫਿਰ ਕਹਿਣਗੇ ਮੈਂ ਗਵਰਨਮੈਂਟ ਸਰਵਿਸ ਕੀਤੀ ਸੀ। ਸਰਵਿਸ ਕਾਹਦੀ ਕੀਤੀ ਹੈ ਤੁਸੀਂ? ਉਹਨਾਂ ਦੇ ਵਿੱਚੋਂ ਅੱਧੇ ਤੇ ਹੰਕਾਰੀ ਹੋਏ ਫਿਰਦੇ ਵੀ ਕੋਈ ਛੋਟਾ ਬੈਂਕ ਦੇ ਵਿੱਚ ਫਿਰਨ ਵਾਲਾ ਬੰਦਾ ਕਿਤੇ 5 ਮਿੰਟ ਉਹਨਾਂ ਤੋਂ ਅੱਗੇ ਪਿੱਛੇ ਹੋ ਜਾਵੇ ਤੇ ਉਹਨਾਂ ਦੀ ਬੋਲੀ ਵੇਖੋ ਤੁਸੀਂ ਕਿੱਦਾਂ ਦੀ ਹੈ। ਤੁਸੀਂ ਵੇਖਦੇ ਜੇ ਤੁਹਾਡੇ ਨਾਲ ਕਈ ਵਾਰ ਵਾਪਰਦਾ ਹੋਵੇਗਾ, ਜਿੰਨੇ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਵਿੱਚੋਂ ਅੱਜ ਦੇ ਹਾਲਾਤਾਂ ਦੇ ਵਿੱਚ 60 ਤੋਂ 70% ਬੰਦੇ ਤੇ ਇੱਦਾਂ ਦੇ ਨੇ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿੰਦਾ ਹਾਂ, ਜਿਨ੍ਹਾਂ ਨੂੰ ਬੋਲਣ ਦਾ ਤੇ ਪਤਾ ਨਹੀਂ ਹੈ ਵੀ ਕਿੱਦਾਂ ਬੋਲਿਆ ਜਾਂਦਾ, ਬਾਕੀ ਪੋਸਟ ਦਾ ਜਿੱਦਾਂ ਮਰਜ਼ੀ ਪਤਾ ਹੋਵੇ। ਇਹ ਸੱਚ ਹੈ। ਔਰ ਮੈਂ ਇੱਦਾਂ ਕਹਿੰਦਾ ਹੁੰਦਾ ਵੀ ਟੈਕਨੋਲੋਜੀ ਆ ਸਾਡੇ ਕੋਲ, ਸਾਨੂੰ ਗੱਲਾਂ ਛੇਤੀ ਪਤਾ ਲੱਗ ਜਾਂਦੀਆਂ ਨੇ। ਕਈ ਵਿਚਾਰੇ ਬਜ਼ੁਰਗ ਨੇ, ਉਹਨਾਂ ਨੂੰ ਅੰਗੂਠੇ ਲਾਉਣੇ ਉਹਨਾਂ ਨੂੰ ਨਹੀਂ ਪਤਾ ਲੱਗਦਾ। ਉੱਥੋਂ ਬੰਦੇ ਦੇ ਲੈਵਲ ਦਾ ਪਤਾ ਲੱਗਦਾ ਵੀ ਜਿਹੜਾ ਇੱਕ ਅਨਪੜ੍ਹ ਬੰਦੇ ਨਾਲ ਵੀ ਇੱਕੋ ਤਰੀਕੇ ਨਾਲ ਗੱਲ ਕਰਦਾ ਤੇ ਪੜ੍ਹੇ ਲਿਖੇ ਨਾਲ ਵੀ ਇੱਕੋ ਤਰੀਕੇ ਨਾਲ ਗੱਲ ਕਰਦਾ, ਉਹਦੇ ਲੈਵਲ ਦਾ ਤੇ ਪਤਾ ਲੱਗ ਹੀ ਜਾਂਦਾ ਵੀ ਇਹਦੀ ਤਨਖਾਹ ਕਿਹੜੇ ਕੰਮ ਦੀ ਉਹਨੂੰ ਮਿਲਦੀ ਪਈ।
ਹੁਣ ਇਹ ਸਾਰੇ ਇਹ ਨੇ ਸਤਿਗੁਰੂ ਕਹਿੰਦੇ ਨੇ ਇਹ ਸਾਰੇ ਆ ਗਏ ਪਬਲਿਕ ਸਰਵਿਸ ਵਾਲੇ। ਕਿਸੇ ਵੀ ਆਫਿਸ ਦੇ ਵਿੱਚ ਬੈਠੇ ਨੇ, ਕਿਤੇ ਵੀ ਬੈਠ ਕੇ ਪਬਲਿਕ ਡੀਲਿੰਗ ਕਰਦੇ ਪਏ ਨੇ। ਅਸੀਂ ਕਦ ਨੂੰ ਨੌਕਰੀਆਂ ਤੇ ਜਾਵਾਂਗੇ? ਹੋ ਸਕਦਾ ਸਾਡਾ ਕੰਮ ਪੜ੍ਹਾਉਣਾ ਨਾ ਹੋਵੇ, ਹੋ ਸਕਦਾ ਸਾਡਾ ਕੰਮ ਡਿਫੈਂਸ ਨਾ ਹੋਵੇ, ਪਰ ਸਾਡਾ ਕੰਮ ਪਬਲਿਕ ਡੀਲਿੰਗ ਵਾਲਾ ਹੋਵੇ। ਔਰ ਸਭ ਤੋਂ ਸਿਰਦਰਦੀ ਵਾਲਾ ਕੰਮ ਇਹ ਹੈ, ਕਿਉਂਕਿ 100 ਬੰਦੇ ਮਿਲਦੇ ਨੇ, ਸਾਨੂੰ 100 ਦਿਮਾਗ ਮਿਲਦੇ ਨੇ। ਹੋ ਸਕਦਾ ਪਹਿਲਾਂ ਹੀ ਇੱਦਾਂ ਦਾ ਮਿਲ ਜਾਵੇ ਸਾਰਾ ਦਿਨ ਖਰਾਬ ਕਰਕੇ ਰੱਖ ਦੇਵੇ, ਅਤੇ ਹੋ ਸਕਦਾ ਪਹਿਲੇ ਨੂੰ ਅਸੀਂ ਇੱਦਾਂ ਦੇ ਮਿਲ ਜਾਈਏ ਵੀ ਅਸੀਂ ਉਹ ਸਾਡਾ ਇੱਦਾਂ ਦਾ ਦਿਨ ਖਰਾਬ ਕਰ ਦੇਵੇ ਵੀ ਬਾਅਦ ਦੇ ਵਿੱਚ ਸਾਡਾ ਸਾਰਾ ਦਿਨ ਚੰਗਾ ਨਾ ਨਿਕਲੇ। ਇਹ ਇੱਦਾਂ ਦੀਆਂ ਗੱਲਾਂ ਨੇ। ਇਹ ਅੱਜ ਦੇ ਸਮੇਂ ਦੇ ਵਿੱਚ ਇਹਨੂੰ ਸੋਚ ਕੇ ਵੇਖੀਏ। ਹੁਣ ਇੱਥੋਂ ਗੁਰਮਤਿ ਗੱਲ ਕਰਦੀ ਹੈ, ਉਹ ਭਾਈ ਹੋ ਸਕਦਾ ਹੈ ਕਿਸੇ ਦਾ ਕੰਮ ਸਰਵਿਸ ਕਰਨਾ ਹੋਵੇ, ਹੋ ਸਕਦਾ ਕਿਸੇ ਦਾ ਕੰਮ ਡਿਫੈਂਸ ਦੇ ਉੱਤੇ ਜਾਣਾ ਹੋਵੇ, ਹੋ ਸਕਦਾ ਹੈ ਕਿਸੇ ਦਾ ਕੰਮ ਜਿਹੜਾ ਹੈ ਦੁਨੀਆ ਨੂੰ ਪੜ੍ਹਾਉਣਾ ਹੋਵੇ, ਘਾਟਾ ਥੋੜ੍ਹਾ ਕਿਸੇ ਚੀਜ਼ ਦਾ। ਪਰ ਸਤਿਗੁਰੂ ਕਹਿੰਦੇ ਨੇ ਕੀ ਹੈ, ਜਿੰਨੇ ਵੀ ਅਸੀਂ ਹਾਂ, ਜੋ ਵੀ ਅਸੀਂ ਕਰਦੇ ਪਏ ਹਾਂ, ਪੜ੍ਹੇ ਲਿਖੇ ਹਾਂ, ਅਨਪੜ੍ਹ ਹਾਂ, ਉੱਚੇ ਹਾਂ, ਨੀਵੇਂ ਹਾਂ, ਪਰ ਸਾਡੇ ਸਾਰਿਆਂ ਦਾ ਕੀ ਕੰਮ ਹੈ? ਸਰਬ ਸ਼ਬਦੰ ਏਕ ਸ਼ਬਦੰ। ਸਾਡੇ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈ, ਸਾਰਿਆਂ ਦਾ ਇੱਕ ਧਰਮ ਬਣਦਾ ਹੈ, ਸਾਰਿਆਂ ਦਾ ਇੱਕ ਨਿਯਮ ਹੈ ਜ਼ਿੰਦਗੀ ਦਾ। ਕਿਹੜਾ ਹੈ? ਜੇ ਕੋ ਜਾਣੈ ਭਿਓ। ਮਹਾਰਾਜ ਕਹਿੰਦੇ ਜਿਹੜਾ ਇਸ ਨਿਯਮ ਨੂੰ ਜਾਣ ਲੈਂਦਾ ਹੈ। ਹੁਣ ਇੱਥੇ ਨਿਯਮ ਨਹੀਂ ਮਹਾਰਾਜ ਨੇ ਬੋਲਿਆ ਵੀ ਕਿਹੜਾ ਨਿਯਮ ਹੈ, ਪਰ ਸਤਿਗੁਰੂ ਕਹਿੰਦੇ ਨਿਯਮ ਪਤਾ ਕਿਹੜਾ ਹੈ? ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਕਿਹੜਾ ਹੈ? ਸਤਿਗੁਰੂ ਕਹਿੰਦੇ ਇੱਕ ਹੈ ਮਾਲਕ ਨੂੰ ਜਪਣਾ, ਮਾਲਕ ਨੂੰ ਯਾਦ ਕਰਨਾ, ਅਤੇ ਦੂਸਰਾ ਹੈ ਆਪਣੇ ਕਰਮ ਚੰਗੇ ਬਣਾਉਣੇ। ਇਹ ਮੈਟਰ ਨਹੀਂ ਕਰਦੀ ਗੱਲ ਵੀ ਅਸੀਂ ਪੜ੍ਹੇ ਲਿਖੇ ਹਾਂ ਜਾਂ ਨਹੀਂ ਹਾਂ। ਮੈਂ ਫੇਰ ਗੱਲ ਦੁਹਰਾ ਰਿਹਾ ਹਾਂ, ਜਿਹੜੇ ਬੰਦੇ ਦਾ ਕੰਮ ਸ਼ਸਤਰ ਵਿੱਦਿਆ ਕਰਨੀ ਹੈ, ਜ਼ਰੂਰੀ ਨਹੀਂ ਹੈ ਕਿ ਉਹ ਓਨਾ ਪੜ੍ਹਿਆ ਹੀ ਹੋਵੇ, ਕਿਉਂਕਿ ਜਿੱਥੇ ਪੜ੍ਹਾਈ ਕੰਮ ਆਉਣੀ ਹੈ ਉੱਥੇ ਸ਼ਸਤਰ ਵਿੱਦਿਆ ਕੰਮ ਨਹੀਂ ਆਉਣੀ, ਔਰ ਜਿੱਥੇ ਸ਼ਸਤਰ ਵਿੱਦਿਆ ਕੰਮ ਆਉਣੀ ਹੈ ਉੱਥੇ ਪੜ੍ਹਾਈ ਕੰਮ ਨਹੀਂ ਆਉਣੀ। 4 ਬੰਦੇ ਲੜਦੇ ਪਏ ਨੇ, ਤਾਂ ਮੈਂ ਕੀ ਕਹਾਂਗਾ ਵੀ ਮੈਂ PhD ਕੀਤੀ ਹੈ, ਅਤੇ ਫਿਰ ਹਟ ਜਾਏਗੀ। ਅਤੇ ਜੇ ਮੈਂ ਕਹਾਂ ਵੀ ਮੇਰਾ ਕੰਮ ਤਾਂ ਕਿਰਪਾਨਾਂ ਚਲਾਉਣੀਆਂ, ਜਿੱਥੇ ਟੇਬਲ ਟਾਕ ਹੋਣਾ ਹੈ ਉੱਥੇ ਤਾਂ ਬੈਠ ਕੇ ਹੀ ਗੱਲ ਕਰਨੀ ਪਵੇਗੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅਸੀਂ ਕੀ ਕਰਦੇ ਪਏ ਹਾਂ, ਕੀ ਨਹੀਂ ਕਰਦੇ। ਇੱਕ ਦੂਸਰੇ ਨੂੰ ਐਵੇਂ ਨਾ ਕਹੋ ਵੀ ਮੇਰੀ ਲਾਈਨ ਜ਼ਿਆਦਾ ਵਧੀਆ ਅਤੇ ਦੂਸਰੇ ਦੀ ਲਾਈਨ ਮਾੜੀ ਹੈ। ਜਦੋਂ ਅੱਜ ਕੱਲ੍ਹ ਦੇ ਪੜ੍ਹਿਆਂ ਲਿਖਿਆਂ ਨੂੰ ਲੱਗਦਾ ਵੀ ਜਿਹੜੇ ਪਹਿਲਾਂ ਪੜ੍ਹਦੇ ਨਹੀਂ ਸੀ ਉਹ ਤਾਂ ਨਿਕੰਮੇ ਤੁਰੇ ਫਿਰਦੇ ਸੀ। ਮੈਂ ਅਕਸਰ ਆਪ ਜੀ ਨੂੰ ਗੱਲ ਸੁਣਾਉਣਾ ਹੁੰਦਾ ਨਾ ਵੀ ਕਿਤੇ ਥਾਂ ਦੇ ਉੱਤੇ ਪੰਡਿਤ ਨੂੰ ਤਾਂ ਗਿਆਨ ਬੜਾ ਤੰਗ ਕਰਦਾ ਸੀ, ਉਹ ਸਾਡੇ ਵਰਗਿਆਂ ਨੂੰ ਜ਼ਿਆਦਾ ਤੰਗ ਕਰਦਾ ਹੁੰਦਾ। ਉਹ ਸਮਾਂ ਪੁਰਾਣਾ ਸੀ ਅਤੇ ਦਰਿਆ ਦੇ ਉੱਤੇ ਪੁਲ ਨਹੀਂ ਸੀ, ਅਤੇ ਮਲਾਹ ਨੂੰ ਉਹਨੇ ਕਹਿ ਦਿੱਤਾ ਵੀ ਮੈਨੂੰ ਨਦੀ ਪਾਰ ਕਰਾ ਦੇ। ਹੁਣ ਕਿਤਾਬਾਂ ਦੀ ਪ੍ਰੋਬਲਮ ਇਹ ਹੁੰਦੀ ਵੀ ਕਿਤਾਬ ਤੇ ਲਾਇਬ੍ਰੇਰੀ ਚਲ ਜਾਂਦੀ ਹੈ, ਨਾਲ ਸਾਡੇ ਦਿਮਾਗ 'ਤੇ ਲੱਦੀ ਜਾਂਦੀ। ਉਹ ਕਹਿੰਦਾ ਮੈਨੂੰ ਦਰਿਆ ਪਾਰ ਕਰਾ ਦੇ। ਅਜੇ ਬੇੜੀ ਅੱਧ ਦੇ ਵਿੱਚ ਗਈ ਅਤੇ ਉਹ ਕਹਿੰਦਾ ਜੀ ਮਲਾਹ ਤੈਨੂੰ ਪੜ੍ਹਨਾ ਆਉਂਦਾ? ਤਾਂ ਮਲਾਹ ਦੀ ਜਾਣੇ ਬਲਾ, ਜਿਹਨੇ ਸਾਰੀ ਜ਼ਿੰਦਗੀ ਦਰਿਆ ਕੰਢੇ ਲੰਘਾਤੀ, ਉਹਨੂੰ ਕੀ ਲੱਗੇ ਵੀ ਪੜ੍ਹਾਈ ਕੋਈ ਚੀਜ਼ ਹੁੰਦੀ? ਉਹਦਾ ਕੰਮ ਬੇੜੀ ਚਲਾਉਣਾ ਸੀ। ਬੇੜੀ ਕਿਹੜਾ ਪੁੱਛਦੀ ਹੈ ਕਿ ਤੂੰ ਕਿਤਾਬਾਂ ਪੜ੍ਹੀਆਂ ਕਿਨੇ ਅਤੇ ਚੱਪੂ ਮਾਰਨੇ ਨੇ? ਅਨਪੜ੍ਹ ਬੰਦਾ ਮਾਰ ਲਵੇ, ਪੜ੍ਹਿਆ ਲਿਖਿਆ ਬੰਦਾ ਚੱਪੂ ਮਾਰ ਲਵੇ, ਕੀ ਫਰਕ ਪੈਂਦਾ ਇਹਨਾਂ ਗੱਲਾਂ ਤੋਂ? ਉੱਥੇ ਪੜ੍ਹਾਈ ਕੀ ਕੰਮ ਕਰਦੀ ਹੈ? ਜੇ ਅਸੀਂ ਡਰਾਈਵ ਕਰਦੇ ਹਾਂ ਗੱਡੀ, ਉੱਥੇ ਕੀ ਫਰਕ ਪੈ ਰਿਹਾ ਵੀ ਅਸੀਂ ਪੜ੍ਹੇ ਲਿਖੇ ਹਾਂ ਕਿ ਅਨਪੜ੍ਹ ਹਾਂ? ਉੱਥੇ ਪੜ੍ਹਾਈ ਨਹੀਂ ਕੰਮ ਆ ਰਹੀ, ਉੱਥੇ ਸਿਰਫ ਸਾਡਾ ਇੱਕ ਤਕਨੀਕ ਕੰਮ ਆ ਰਹੀ ਵੀ ਸਾਨੂੰ ਆ ਗਈ ਹੈ ਕਰਨੀ। ਹੁਣ ਕਹਿੰਦਾ ਵੀ ਤੈਨੂੰ ਪੜ੍ਹਨਾ ਆਉਂਦਾ? ਉਹ ਕਹਿੰਦਾ ਜੀ ਨਹੀਂ ਮੈਨੂੰ ਨਹੀਂ ਪੜ੍ਹਨਾ ਆਉਂਦਾ। ਉਹਦਾ ਵੀ ਤੂੰ ਤਾਂ ਜ਼ਿੰਦਗੀ ਬੇਕਾਰ ਕਰ ਲਈ। ਥੋੜ੍ਹਾ ਜਿਹਾ ਸਮਾਂ ਅੱਗੇ ਨਿਕਲਿਆ ਅਤੇ ਕਹਿੰਦੇ ਬੇੜੀ ਟੇਢੀ ਹੋਣੀ ਸ਼ੁਰੂ ਹੋ ਗਈ। ਅਤੇ ਮਲਾਹ ਕਹਿੰਦਾ ਵੀ ਪੰਡਿਤ ਜੀ ਤਰਨਾ ਆਉਂਦਾ? ਕਹਿੰਦਾ ਨਹੀਂ ਆਉਂਦਾ। ਕਹਿੰਦਾ ਮੇਰੀ ਤਾਂ ਪਤਾ ਨਹੀਂ ਜ਼ਿੰਦਗੀ ਬਰਬਾਦ ਹੋਏਗੀ ਨਹੀਂ, ਪਰ ਤੇਰੀ ਹੁਣੇ ਹੀ ਹੋ ਗਈ ਹੈ। ਕਿਉਂ? ਕਿਉਂਕਿ ਤੂੰ ਇੱਥੇ ਡੁੱਬ ਜਾਵੇਂਗਾ, ਮੈਂ ਤਾਂ ਤੈਰ ਕੇ ਬਾਹਰ ਵੀ ਨਿਕਲ ਜਾਵਾਂਗਾ। ਇਹ ਪ੍ਰੋਬਲਮ ਹੈ ਸਾਡੀ। ਮੈਨੂੰ ਲੱਗਦਾ ਜਿਹੜੀ ਲਾਈਨ ਮੇਰੀ ਹੈ ਦੂਸਰੇ ਨੂੰ ਤਾਂ ਪਤਾ ਹੀ ਨਹੀਂ ਜ਼ਿੰਦਗੀ 'ਚ ਆਇਆ ਹੀ ਕਾਹਦੇ ਲਈ ਹੈ। ਸਤਿਗੁਰੂ ਕੀ ਕਹਿੰਦੇ ਨੇ? ਕੋਈ ਗੱਲ ਵੱਡੀ ਨਹੀਂ ਹੈ ਵੀ ਕਿਸੇ ਦੀ ਲਾਈਨ ਕਿਵੇਂ ਦੀ ਹੈ, ਕਿਸੇ ਦੀ ਲਾਈਨ ਕਿਵੇਂ ਦੀ ਹੈ। ਹਰ ਇੱਕ ਦੀ ਆਪਣੀ ਆਪਣੀ ਲਾਈਨ ਹੈ। ਸਰਬ ਸ਼ਬਦੰ ਏਕ ਸ਼ਬਦੰ। ਪਰ ਇਸ ਲਾਈਨ ਨੂੰ ਜੀਂਦਿਆਂ ਜੀਂਦਿਆਂ ਵੀ ਸਾਰਿਆਂ ਦੀ ਇੱਕ ਲਾਈਨ ਹੈ, ਇੱਕ ਫਰਜ਼ ਹੈ। ਕਿਹੜਾ ਹੈ? ਉਹ ਹੈ ਵਾਹਿਗੁਰੂ ਦੇ ਬਾਰੇ ਜਾਣਕਾਰੀ ਰੱਖਣਾ। ਅਸੀਂ ਕਿੰਨਾ ਕੁ ਦੇ ਨੇੜੇ ਹਾਂ, ਭਾਵੇਂ ਕੋਈ ਫੌਜੀ ਹੈ, ਆਰਮੀ ਦੇ ਵਿੱਚ ਹੈ, ਭਾਵੇਂ ਕੋਈ ਡਾਕਟਰ ਹੈ, ਵਕੀਲ ਹੈ, ਅਤੇ ਭਾਵੇਂ ਕੋਈ ਪੜ੍ਹਾਉਣ ਵਾਲਾ ਟੀਚਰ ਹੈ। ਕਿ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਚੀਜ਼ ਕਾਮਨ ਨਹੀਂ ਹੈ ਵੀ ਸਾਰੇ ਇਮਾਨਦਾਰ ਹੋਣੇ ਚਾਹੀਦੇ ਨੇ? ਇੱਕ ਚੀਜ਼ ਸਾਰਿਆਂ ਦੇ ਵਿੱਚ ਕਾਮਨ ਹੈ, ਇਮਾਨਦਾਰੀ। ਇੱਕ ਚੀਜ਼ ਸਾਰਿਆਂ ਦੇ ਵਿੱਚ ਕਾਮਨ ਹੈ, ਸੱਚਾਈ। ਸਰਬ ਸ਼ਬਦਨ ਏਕ ਸ਼ਬਦਨ। ਜੋ ਵੀ ਕੋਈ ਕੰਮ ਕਰਦਾ ਪਿਆ ਹੈ, ਅੱਜ ਕੱਲ੍ਹ ਤੇ ਵੇਖੋ ਕਿੰਨੀਆਂ ਨਵੀਆਂ ਨਵੇਂ ਰੋਜ਼ ਦੇ ਕੰਮ ਪੈਦਾ ਹੋ ਰਹੇ ਨੇ। ਮਹਾਰਾਜ ਕਹਿੰਦੇ ਨੇ ਉਹ ਭਾਈ ਸਾਰਿਆਂ ਦਾ ਇੱਕ ਫਰਜ਼ ਹੈ, ਉਹ ਹੈ ਮਾਲਕ ਨੂੰ ਜਾਣ ਲੈਣਾ। ਅਤੇ ਜੇ ਜਾਣ ਲੈਂਦਾ ਹੈ, ਜੇ ਕੋ ਜਾਣੈ ਭਿਓ, ਜਿਹੜਾ ਇਸ ਭੇਦ ਨੂੰ ਸਮਝ ਲੈਂਦਾ ਹੈ, ਜਿਹੜਾ ਮਾਲਕ ਨੂੰ ਸਮਝ ਲੈਂਦਾ ਹੈ, ਹਜ਼ੂਰ ਕਹਿੰਦੇ ਨਾਨਕ ਤਾਕਾ ਦਾਸ ਹੈ, ਮੈਂ ਉਸ ਬੰਦੇ ਦਾ ਸੇਵਕ ਹਾਂ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ। ਨਾਨਕ ਤਾਕਾ ਦਾਸ ਹੈ, ਸੋਈ ਨਿਰੰਜਨ ਦਿਓ,
ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦੇ ਅਰਥ ਕੁਝ ਹੋਰ ਕੀਤੇ ਨੇ। ਉਹ ਨਿਰੰਜਨ ਦਾ ਅਰਥ ਹੁੰਦਾ, ਸਮਝ ਲਓ ਵੀ ਉਹਨੂੰ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕੋਈ ਕਾਲਖ ਨਹੀਂ ਲੱਗ ਸਕਦੀ। ਸੋਈ ਨਿਰੰਜਨ ਦੇਵ, ਉਹ ਦੇਵਤਾ ਸਰੂਪ ਬੰਦਾ ਹੈ, ਉਹ ਦੇਵਤਿਆਂ ਦੇ ਵਰਗਾ ਹੈ ਬੰਦਾ। ਉਹਨੂੰ ਕਿਸੇ ਦੇਵਤੇ ਦੀ ਲੋੜ ਨਹੀਂ ਹੈ, ਉਹ ਖੁਦ ਹੀ ਦੇਵਤਿਆਂ ਦੇ ਵਰਗਾ ਹੋ ਗਿਆ ਹੈ। ਹੁਣ ਇਹਨੂੰ ਗੁਰਮਤਿ ਨੇ ਕਿੱਦਾਂ ਬੋਲਿਆ, ਮੈਂ ਕਹਿ ਕੇ ਤੇ ਅਗਲਾ ਸ਼ਲੋਕ ਸ਼ੁਰੂ ਕਰਾਂਗਾ। ਜਿੰਨੇ ਅਸੀਂ ਗੁਣ ਬੋਲੇ ਨੇ ਨਾ, ਮੈਂ ਫਿਰ ਕਹਿ ਦੇਵਾਂ, ਖੱਤਰੀ ਦਾ ਕੰਮ ਕਿਰਪਾਨ ਚਲਾਉਣਾ ਹੈ, ਕਿਤਾਬ ਦੇ ਨੇੜੇ ਨਹੀਂ ਸੀ ਜਾਂਦਾ ਉਹ। ਤੇ ਅੱਜ ਕੱਲ੍ਹ ਅਸੀਂ ਜਿੰਨੇ ਕਿਤਾਬਾਂ ਦੇ ਨੇੜੇ ਹੋ ਗਏ, ਅਸੀਂ ਉਹ ਕੰਮ ਛੱਡ ਹੀ ਦਿੱਤੇ ਨੇ ਵੀ ਹਥਿਆਰ ਚਲਾਉਣਾ ਹੈ। ਜੇ ਕਿਤੇ ਸਾਨੂੰ ਲੋੜ ਪੈ ਜਾਵੇ ਤੇ 4 ਬੰਦਿਆਂ ਦੇ ਵਿੱਚ ਖਲੋ ਕੇ ਅਸੀਂ ਛੋਟਾ ਵੀ ਨਹੀਂ ਕਮਾ ਸਕਦੇ। ਸਾਡੇ ਇੱਦਾਂ ਦੇ ਹਾਲ ਨੇ। ਉੱਥੇ ਕਿਤਾਬਾਂ ਨਹੀਂ ਕੰਮ ਆਉਂਦੀਆਂ ਜਿੱਥੇ ਮੁਕਾਬਲਾ ਹੋ ਜਾਵੇ। ਇਸ ਕਰਕੇ ਪੜ੍ਹਾਈ ਆਪਣੀ ਥਾਂ 'ਤੇ ਕੰਮ ਆਉਂਦੀ ਹੈ। ਪੜ੍ਹਾਈ ਬੁਰੀ ਨਹੀਂ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਅਸੀਂ ਕਈ ਵੀ ਪੜ੍ਹੇ ਲਿਖੇ ਸਾਰਾ ਕੁਝ ਕਰ ਲੈਂਦੇ ਨੇ। ਗੁਰਮਤਿ ਨੇ ਤਾਂ ਬੜਾ ਸੌਖਾ ਪਾਸਾ ਰੱਖਿਆ ਹੈ। ਮਹਾਰਾਜ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਕੋਲ ਕਿੰਨੀਆਂ ਡਿਗਰੀਆਂ ਨੇ। ਕਿੰਨੇ ਬੰਦੇ ਨੇ ਤੁਸੀਂ ਵੇਖੋਗੇ ਜਿਨ੍ਹਾਂ ਨੇ, ਜਦੋਂ ਤੇ ਗ੍ਰੈਜੂਏਸ਼ਨ ਦੇ ਵਿੱਚ ਵਿਰਲੇ ਬੰਦੇ ਹੁੰਦੇ ਸੀ ਵੀ ਹਾਂਜੀ ਬੰਦੇ ਨੇ ਗ੍ਰੈਜੂਏਸ਼ਨ ਕੀਤੀ ਹੈ ਜੀ, ਸਾਰੇ ਪਾਸੇ ਨਾਂ ਜਾਣਾ ਜੀ, ਇਹਨੇ ਉਸ ਵੇਲੇ ਗ੍ਰੈਜੂਏਸ਼ਨ ਕੀਤੀ ਜਦੋਂ ਲੋਕੀ ਸੋਚਦੇ ਵੀ ਨਹੀਂ ਸੀ ਪੜ੍ਹਾਈ ਸਾਨੂੰ ਕੀਤੀ ਜਾ ਸਕਦੀ। ਵਿਹਲੇ ਨਿਗਾਹ ਕੇ ਵਿਹਲੇ ਰਹਿ ਗਏ ਨੇ ਜ਼ਿੰਦਗੀ 'ਚ, ਕੁਝ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ। ਤੇ ਕੀ ਕਹੀਏ ਵੀ ਪੜ੍ਹਾਈਆਂ ਸਾਰਾ ਕੁਝ ਨੇ। ਅਸੀਂ ਅੱਗੇ ਪੌੜੀ ਦੇ ਵਿੱਚ ਵੀ ਪੜ੍ਹਾਂਗੇ। ਇਹਦਾ ਮਤਲਬ ਇਹ ਨਹੀਂ ਵੀ ਮਹਾਰਾਜ ਕਹਿੰਦੇ ਨੇ ਵੀ ਤੁਹਾਨੂੰ ਪੜ੍ਹਨਾ ਨਹੀਂ ਚਾਹੀਦਾ, ਪਰ ਸਤਿਗੁਰੂ ਕਹਿੰਦੇ ਪੜ੍ਹ ਕੇ ਇਹ ਨਾ ਸੋਚ ਲਓ ਵੀ ਸਾਰਾ ਕੁਝ ਹੀ ਕਰ ਲਿਆ। ਵੀ ਮੈਨੂੰ ਥੇਲਸ ਯਾਦ ਹੋ ਗਿਆ ਤੇ ਮੈਨੂੰ ਪਾਇਥਾਗੋਰਸ ਯਾਦ ਹੋ ਗਿਆ ਤੇ ਮੈਂ ਬੰਦਾ ਬਣ ਗਿਆ ਦੁਨੀਆ 'ਚ। ਕੋਈ ਫਰਕ ਨਹੀਂ ਪੈਂਦਾ। ਸਾਡੇ ਵੱਡਿਆਂ ਬਾਬਿਆਂ ਨੂੰ ਪਤਾ ਵੀ ਨਹੀਂ ਸੀ ਪਾਇਥਾਗੋਰਸ ਨਾਂ ਦੀ ਚੀਜ਼ ਵੀ ਦੁਨੀਆ ਦੇ ਉੱਤੇ ਹੈ, ਵੀ ਕੌਣ ਹੈ, ਵੀ ਬੰਦਾ ਹੈ, ਕੋਈ ਹੋਰ ਚੀਜ਼ ਹੈ, ਪਤਾ ਹੀ ਨਹੀਂ। ਕੀ ਫਰਕ ਪੈਂਦਾ ਇਹਨਾਂ ਗੱਲਾਂ ਦੇ ਨਾਲ? ਵੀ ਮੈਨੂੰ 4 ਕਿਤਾਬਾਂ ਦੇ ਵਿੱਚੋਂ ਗੱਲਾਂ ਪਤਾ ਨੇ ਤੇ 4 ਕਿਤਾਬਾਂ ਦੇ ਵਿੱਚੋਂ ਗੱਲਾਂ ਨਹੀਂ ਪਤਾ। ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ। ਅਸੀਂ ਆਪਣੇ ਆਪ ਬਣਾ ਕੇ ਬੈਠੇ ਹਾਂ ਦੁਨੀਆ ਨੂੰ ਵੀ ਹਾਂ ਮੈਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਮੋਬਾਈਲ ਦੀ ਗੱਲ ਹੀ ਲੈ ਲਈਏ, ਮੇਰੀ ਮਜਬੂਰੀ ਆ ਵੀ ਮੈਨੂੰ ਚਲਾਉਣਾ ਸਿੱਖਣਾ ਪੈਣਾ ਹੈ ਅੱਜ, ਕਿਉਂਕਿ ਟੈਕਨੋਲੋਜੀ ਆ, ਨਾਲ ਜਾਣਾ ਪਵੇਗਾ। ਤੇ ਜਿਹੜੇ ਪੁਰਾਣੇ ਬਾਬੇ ਨੇ ਜਿਨ੍ਹਾਂ ਨੇ ਹੱਥ ਦੇ ਵਿੱਚ ਉਹ ਕੀਪੈਡ ਵਾਲਾ ਵੀ ਨਹੀਂ ਚਲਾਇਆ, ਕੀ ਉਹ ਜ਼ਿੰਦਗੀ ਨਹੀਂ ਜੀ ਕੇ ਗਏ? ਜ਼ਿੰਦਗੀ ਉਹ ਵੀ ਜੀ ਕੇ ਗਏ ਨੇ। ਮਰਦ ਕਹਿੰਦੇ ਨੇ ਕੋਈ ਕੁਝ ਵੀ ਕਰਦਾ ਹੋਵੇ, ਕਿਸੇ ਵੀ ਲਾਈਨ ਦੇ ਵਿੱਚ ਜਾ ਰਿਹਾ ਹੋਵੇ, ਐਵੇਂ ਨਾ ਲਕੀਰਾਂ ਮਾਰਨੀਆਂ ਸ਼ੁਰੂ ਕਰ ਦਿਓ ਵੀ ਮੇਰਾ ਧਰਮ ਚੰਗਾ, ਮੇਰੀ ਡਿਊਟੀ ਚੰਗੀ, ਮੇਰਾ ਕੰਮ ਤੇਰੇ ਨਾਲੋਂ ਉੱਚਾ ਹੈ। ਇੱਕ ਕਿਤਾਬ ਹੈ ਕਿਤਾਬੇ ਮੀਰ ਦਾਦ, ਉਹਦੇ ਵਿੱਚ ਇੱਕ ਗੱਲ ਬੜੀ ਸੋਹਣੀ ਲਿਖਦਾ। ਉਹ ਕਹਿੰਦਾ ਭਾਈ ਸੋਚ ਕੇ ਵੇਖ, ਕੋਈ ਵੀ ਕਿੱਡੀ ਵੀ ਉੱਚੀ ਪੋਸਟ 'ਤੇ ਬੈਠਾ ਹੋਵੇ ਤੇ ਉਹ ਸੋਚੇ ਵੀ ਸਾਰੀ ਦੁਨੀਆ ਉਹਦੀ ਸੇਵਾ ਨਹੀਂ ਕਰਦੀ ਪਈ। ਅਸੀਂ ਬੈਠੇ ਹਾਂ ਤੇ ਆਹ ਜਿਹੜੀ ਚਾਦਰ ਦੇ ਉੱਤੇ ਬੈਠੇ ਹਾਂ, ਕੀ ਚਾਦਰ ਸਾਡੀ ਸੇਵਾ ਦੇ ਵਿੱਚ ਨਹੀਂ ਹੈ? ਅਸੀਂ ਬੈਠੇ ਹਾਂ, ਕੀ ਲਾਈਟ ਸਾਡੀ ਸੇਵਾ ਦੇ ਵਿੱਚ ਨਹੀਂ ਹੈ? ਅਸੀਂ ਬੈਠੇ ਹਾਂ, ਕਿ ਗੁਰਦੁਆਰਾ ਸਾਡੀ ਜਿਹੜੀ ਬਿਲਡਿੰਗ ਹੈ ਉਹ ਸਾਡੀ ਸੇਵਾ ਦੇ ਵਿੱਚ ਨਹੀਂ ਹੈ? ਪਰ ਕਹਿੰਦਾ ਇਹ ਸੋਚ ਕੇ ਵੇਖਿਓ ਵੀ ਕੀ ਅਸੀਂ ਚਾਦਰ ਦੀ ਸੇਵਾ ਨਹੀਂ ਕਰਦੇ ਪਏ? ਕੀ ਅਸੀਂ ਲਾਈਟ ਦੀ ਸੇਵਾ ਨਹੀਂ ਕਰਦੇ ਪਏ? ਕੀ ਅਸੀਂ ਗੁਰਦੁਆਰੇ ਦੀ ਬਿਲਡਿੰਗ ਦੀ ਸੇਵਾ ਨਹੀਂ ਕਰਦੇ ਪਏ? ਜਿੱਦਾਂ ਅਸੀਂ ਕਿਸੇ ਕੋਲ ਸੇਵਾ ਕਰਵਾ ਰਹੇ ਹਾਂ, ਉੱਦਾਂ ਹੀ ਅਸੀਂ ਕਿਸੇ ਦੂਸਰੇ ਦੀ ਸੇਵਾ ਕਰਦੇ ਪਏ ਹਾਂ। ਇਹ ਸ਼ਬਦ ਥੋੜ੍ਹਾ ਜਿਹਾ ਵੱਖਰਾ ਸਮਝ ਲੱਗੇਗਾ, ਪਰ ਮੈਂ ਕਹਿ ਦੇਵਾਂ, ਜਿੱਦਾਂ ਜਿੱਦਾਂ ਅਸੀਂ ਕਿਸੇ ਚੀਜ਼ ਦੇ ਮਾਲਕ ਹਾਂ ਨਾ, ਓਨੇ ਅਸੀਂ ਕਿਸੇ ਚੀਜ਼ ਦੇ ਨੌਕਰ ਵੀ ਹਾਂ। ਪਰ ਸਾਡੇ ਮਨ ਦੇ ਵਿੱਚ ਖਿਆਲ ਹੈ ਵੀ ਮੈਂ ਮਾਲਕ ਹਾਂ। ਮਾਲਕ ਨਹੀਂ ਹਾਂ। ਜਿਹੜਾ ਬੰਦਾ ਮਾਲਕ ਹੈ ਉਹ ਨੌਕਰ ਵੀ ਉਸੇ ਚੀਜ਼ ਦਾ ਨਾਲ ਹੈ। ਅਸੀਂ ਗੱਡੀ ਦੇ ਮਾਲਕ ਵੀ ਬਣ ਜਾਂਦੇ ਆ, ਫਿਰ ਧਿਆਨ ਰੱਖਣ ਦੀ ਨੌਕਰੀ ਵੀ ਨਾਲੇ ਸ਼ੁਰੂ ਕਰ ਲੈਂਦੇ। ਇਹ ਹੈ ਫਰਕ। ਬੰਦਾ ਹਰ ਚੀਜ਼ ਦਾ ਮਾਲਕ ਬਣਦਾ ਹੈ ਉਹਦਾ ਨੌਕਰ ਬਣਨ ਵਾਸਤੇ। ਬਸ ਇੰਨੀ ਕੁ ਗੱਲ ਹੈ, ਇਸ ਤੋਂ ਵੱਧ ਕੀ ਕਿਹਾ ਜਾ ਸਕਦਾ ਹੈ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਕਾ ਦਾਸ ਹੈ। ਮਹਾਰਾਜ ਕਹਿੰਦੇ ਮੈਂ ਉਹਦਾ ਸੇਵਕ ਹਾਂ ਜਿਹੜਾ ਬੰਦਾ ਇਸ ਗੱਲ ਨੂੰ ਸਮਝ ਲੈਂਦਾ ਵੀ ਮੇਰੀ ਲਾਈਨ ਵੱਡੀ ਨਹੀਂ ਹੈ, ਲਾਈਨ ਸਾਰਿਆਂ ਦੀ ਸਤਿਕਾਰਯੋਗ ਹੈ, ਵਧੀਆ ਹੈ, ਪਰ ਫਿਰ ਵੀ ਉਸ ਆਪਣੀ ਲਾਈਨ ਦੇ ਵਿੱਚ ਚੱਲਦਾ ਹੋਇਆ ਬੰਦਾ ਮਾਲਕ ਦੇ ਨੇੜੇ ਹੋ ਜਾਵੇ। ਦੂਸਰਾ ਪਾਸਾ ਅਸੀਂ ਸਮਝ ਲਈਏ ਕਿ ਗੁਰਮਤਿ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹੋ ਜਿਹੇ ਬੰਦੇ ਤਿਆਰ ਕੀਤੇ ਨੇ। ਭਾਈ ਕਾਨ੍ਹ ਸਿੰਘ ਨਾਭਾ ਹੁਣਾਂ ਨੇ ਇੱਕ ਗੱਲ ਬੋਲੀ ਹੈ ਵੀ ਸਿੱਖ ਤੇ ਵੈਸੇ ਇੱਦਾਂ ਦਾ ਹੋਣਾ ਚਾਹੀਦਾ ਸੀ ਵੀ ਅੰਮ੍ਰਿਤ ਵੇਲਾ ਹੋਵੇ ਨਾ ਤੇ ਉਹਨੂੰ ਸਾਜ਼ ਵਜਾਉਣਾ ਆਉਂਦਾ ਹੋਵੇ, ਤੰਤੀ ਸਾਜ਼ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਕਰਦਾ ਹੋਵੇ, ਲੈ ਕੇ ਦੁਤਾਰਾ ਗਾਵੇ ਸੰਗਤ ਵਿੱਚ ਵਾਰ ਆਸਾ। ਤੇ ਪਰ ਨਾਲ ਕੀ ਕਰੇ, ਜੇ ਕਿਤੇ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਪੈ ਜਾਵੇ ਤੇ ਫਿਰ ਖੰਡਾ ਖੜਕਾਉਣਾ ਵੀ ਆਉਂਦਾ ਹੋਵੇ। ਤੇ ਫਿਰ ਇਹ ਨਹੀਂ ਵੀ ਮੈਂ ਤੇ ਖੰਡਾ ਖੜਕਾ ਲੈਂਦਾ, ਮੈਨੂੰ ਕੀ ਲੋੜ ਹੈ ਲੰਗਰ ਦੀ ਬਾਲਟੀ ਫੜਨ ਦੀ। ਫਿਰ ਕਹਿੰਦੇ ਲੋੜ ਪੈ ਜਾਵੇ ਤੇ ਚੁੱਪ ਕਰਕੇ ਦਾਲ ਵਾਲੀ ਬਾਲਟੀ ਫੜ ਕੇ ਨਾ ਤੇ ਸੰਗਤ ਦੀ ਸੇਵਾ ਕਰਨ ਲੱਗ ਪਵੇ। ਸਿਰਫ ਦਾਲ ਦੀ ਬਾਲਟੀ ਨਹੀਂ, ਕੋਈ ਵੀ ਸੇਵਾ ਹੋਵੇ। ਇਸੇ ਕਰਕੇ ਤੁਸੀਂ ਵੇਖੋਗੇ ਗੁਰਦੁਆਰਿਆਂ ਦੇ ਵਿੱਚ ਵੀ ਕੌਣ ਕੀ ਹੈ, ਕਿੰਨਾ ਪੜ੍ਹਿਆ ਹੈ, ਮਤਲਬ ਹੀ ਨਹੀਂ ਹੈ। ਉਹ ਬੰਦਾ ਕੀ ਕਰਦਾ ਹੈ, ਸਾਰੀ ਸੰਗਤ ਦੇ ਜੂਠੇ ਭਾਂਡੇ ਚੁੱਕ ਕੇ ਤੇ ਧੋਂਦਾ ਫਿਰਦਾ ਹੈ। ਕਿਉਂ ਧੋਂਦਾ ਹੈ? ਇਹ ਮਹਾਰਾਜ ਨੇ ਸਿਖਾਇਆ ਸਾਨੂੰ।
ਜਿਹੜੀਆਂ ਗੱਲਾਂ ਨੂੰ ਕਹਿੰਦੇ ਸੀ ਨਾ ਵੀ ਆਹ ਗੱਲ ਜਿਹੜੀ ਹੈ ਤੇ ਨੀਵੇਂ ਬੰਦੇ ਸੇਵਾ ਕਰਨ ਵਾਲੇ ਨੇ, ਸ਼ੂਦਰ ਸੇਵਾ ਕਰਦਾ ਹੈ। ਮਹਾਰਾਜ ਕਹਿੰਦੇ ਜੇ ਸ਼ੂਦਰ ਸੇਵਾ ਕਰਦਾ ਹੈ ਨਾ ਤੇ ਸਿੱਖ ਫਿਰ ਸਭ ਤੋਂ ਵੱਡੇ, ਫਿਰ ਇੱਦਾਂ ਮੈਂ ਕਹਿ ਦੇਵਾਂ, ਦੂਜਿਆਂ ਦੀ ਸੇਵਾ ਕਰਨ ਵਾਲੇ ਨੇ। ਅਸੀਂ ਕਰਦੇ ਹੀ ਹਾਂ। ਮੈਂ ਤਾਂ ਨਹੀਂ ਕਰਦਾ, ਚਲੋ ਤੁਸੀਂ ਮੇਰੇ ਨਾਲੋਂ ਸਤਿਕਾਰਯੋਗ ਹੋ ਤੇ ਬੋਲੀ ਜਾਂਦੇ ਹੁੰਦੇ। ਬੋਲਣ ਦੇ ਨਾਲ ਕੀ ਹੁੰਦਾ? ਉਹ ਸੇਵਾ ਵਾਕਿਆ ਫਿਜ਼ੀਕਲੀ ਹੈ, ਉਹ ਫਿਜ਼ੀਕਲੀ ਹੀ ਕਰਾਂਗੇ। ਔਰ ਮੈਂ ਇਸੇ ਕਰਕੇ ਕਹਿੰਦਾ ਵੀ ਸਾਡੇ ਗੁਰਦੁਆਰਿਆਂ ਦੇ ਵਿੱਚ ਸੇਵਾ ਹੁੰਦੀ ਹੈ ਨਾ, ਸਫਾਈ ਰਹਿੰਦੀ ਹੈ, ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ। ਅੱਜ ਚਾਦਰਾਂ ਹੀ ਨੇ, ਤੁਸੀਂ ਕੈਮਰਿਆਂ 'ਚ ਵੇਖ ਲੈਣਾ, ਜੇ ਨਹੀਂ ਵੀ ਉੱਦਾਂ ਵੇਖਣਾ ਹੋਵੇਗਾ ਤਾਂ ਵੇਖਿਓ ਦਿਨ 'ਚ ਕਿੰਨੇ ਜਣੇ ਵਿਛਾਉਂਦੇ ਨੇ। ਤੇ ਮੈਂ ਹਰ ਵਾਰ ਇਸ ਗੱਲ ਨੂੰ ਕਹਿੰਦਾ ਹੁੰਦਾ ਵੀ ਜੇ ਮੇਰੇ ਵਰਗੇ ਨੂੰ ਲੱਗੇ ਨਾ ਵੀ ਮੇਰੇ ਰਹਿਣ ਕਰਕੇ ਗੁਰਦੁਆਰਾ ਸਾਫ਼ ਹੋ ਰਿਹਾ, ਸਭ ਤੋਂ ਵੱਡਾ ਵਹਿਮੀ ਹਾਂ ਮੈਂ। ਮੇਰੇ ਕਰਕੇ ਕੋਈ ਸਾਫ਼ ਨਹੀਂ ਹੁੰਦਾ। ਇਹ ਤਾਂ ਗੁਰਦੁਆਰੇ ਵਿੱਚ ਆਉਣ ਵਾਲੇ ਨੇ, ਸਵੇਰੇ 4 ਵਜੇ ਵੀ ਆ ਜਾਂਦੇ ਨੇ, ਰਾਤ 10 ਵਜੇ ਤੱਕ ਵੀ ਸਫਾਈਆਂ ਕਰਦੇ ਰਹਿੰਦੇ ਨੇ, ਪਤਾ ਨਹੀਂ ਵਿੱਚ ਕਿੰਨੇ ਜਾਣੇ ਆ ਜਾਂਦੇ ਨੇ। ਇਸ ਕਰਕੇ ਗੁਰਦੁਆਰਾ ਸਾਫ਼ ਰਹਿੰਦਾ ਹੈ। ਮੈਂ ਕੌਣ ਆ ਸਾਫ਼ ਕਰਨ ਵਾਲਾ? ਔਰ ਗੁਰਮਤ ਨੇ ਇੱਦਾਂ ਦੇ ਬੰਦੇ ਤਿਆਰ ਕੀਤੇ ਨੇ। ਬਾਬਾ ਦੀਪ ਸਿੰਘ ਨੂੰ ਪੜ੍ਹ ਲਓ। ਜੇ ਕਿਰਪਾਨ ਚਲਾਉਣ ਦੀ ਲੋੜ ਹੈ ਤੇ ਬਾਬਾ ਵੇਖੋ ਕਿਸ ਉਮਰ ਦੇ ਵਿੱਚ ਖੰਡਾ ਖੜਕਾਉਂਦਾ ਹੈ। ਤੇ ਉਹੀ ਬਾਬਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆਪਣੇ ਹੱਥੀਂ ਲਿਖਦਾ। ਇਹਦਾ ਮਤਲਬ ਹੈ ਇੱਕ ਵੇਲੇ ਉਹ ਬ੍ਰਾਹਮਣਾਂ ਵਾਲੇ ਕੰਮ ਵੀ ਕਰਦਾ ਪਿਆ ਤੇ ਖੱਤਰੀਆਂ ਵਾਲੇ ਕੰਮ ਵੀ ਕਰਦਾ ਪਿਆ। ਤੇ ਕੀ ਬਾਬਾ ਦੀਪ ਸਿੰਘ ਨੇ ਕਦੀ ਲੰਗਰ ਦੇ ਵਿੱਚ ਪ੍ਰਸ਼ਾਦਾ ਨਹੀਂ ਵਰਤਾਇਆ ਹੋਵੇਗਾ, ਜਾਂ ਕਦੀ ਪ੍ਰਸ਼ਾਦਾ ਨਹੀਂ ਤਿਆਰ ਕੀਤਾ ਹੋਵੇਗਾ? ਉਹ ਬਾਬਾ ਜਿਹੜਾ ਹੈ ਉਸ ਵੇਲੇ ਉਹ ਵੇਖੋ ਵੈਸ਼ ਵਾਲੇ ਕੰਮ ਵੀ ਕਰਦਾ ਪਿਆ, ਸ਼ੂਦਰਾਂ ਵਾਲੇ ਕੰਮ ਵੀ ਕਰਦਾ ਪਿਆ, ਜਿਨ੍ਹਾਂ ਨੂੰ ਦੁਨੀਆ ਕਹਿੰਦੀ ਪਈ ਤੇ ਕੰਮ ਹੀ ਨਹੀਂ ਹੈ। ਗੁਰਦੁਆਰਿਆਂ ਦੇ ਵਿੱਚ ਕੰਮ ਹੀ ਉਹਨਾਂ ਨੂੰ ਮੰਨਿਆ ਜਾਂਦਾ ਵੀ ਮੈਂ ਤੇਰੇ ਬੂਟਾਂ ਨੂੰ ਹੱਥ ਕਿਉਂ ਲਾਵਾਂ। ਸਤਿਗੁਰੂ ਕਹਿੰਦੇ ਤੂੰ ਪਵੋ ਚਰਣਾ ਤਲ ਉੱਪਰ ਆਵੋ ਐਸੀ ਕਿਰਚ ਕਮਾਵੋ। ਲੋਕਾਂ ਦੇ ਪੈਰਾਂ 'ਚ ਪੈ ਤਾਂ ਹੀ ਤੂੰ ਉੱਤੇ ਆਵੇਂਗਾ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਏਕ ਕ੍ਰਿਸ਼ਨੰ, ਮਹਿਲਾ ਦੂਜਾ, ਏਕ ਕ੍ਰਿਸ਼ਨੰ। ਇੱਥੇ ਕ੍ਰਿਸ਼ਨ ਦਾ ਅਰਥ ਆ ਦੇਵਤਾ ਨਹੀਂ ਹੈ ਜੋ ਸਾਡੀ ਯਾਦ ਦੇ ਵਿੱਚ ਵਸਿਆ ਹੈ। ਇੱਥੇ ਕ੍ਰਿਸ਼ਨ ਦਾ ਭਾਵ ਹੈ ਰੱਬ। ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਸਾਰਿਆਂ ਦੇਵਤਿਆਂ ਦਾ ਦੇਵਤਾ, ਸਾਰਿਆਂ ਦੇਵਤਿਆਂ ਤੋਂ ਸ਼੍ਰੋਮਣੀ। ਹਜ਼ੂਰ ਕਹਿੰਦੇ ਕੌਣ ਹੈ? ਏਕ ਕ੍ਰਿਸ਼ਨੰ, ਮਤਲਬ ਇੱਕ ਰੱਬ ਜਿਹੜਾ ਸਾਰਿਆਂ ਤੋਂ ਉੱਤੇ ਹੈ। ਦੇਵ ਦੇਵਾ ਤਾਂ ਆਤਮਾ, ਈਵਨ ਕਿ ਜਿਹੜਾ ਦੇਵਤਿਆਂ ਦਾ ਵੀ ਆਤਮਾ ਹੈ, ਦੇਵਤਿਆਂ ਦੀ ਜ਼ਿੰਦਗੀ ਵੀ ਜਿਹਦੇ ਕਰਕੇ ਹੈ। ਹਜ਼ੂਰ ਕਹਿੰਦੇ ਨੇ ਆਤਮਾ ਵਾਸੁਦੇਵਸਯ ਜੇ ਕੋ ਜਾਣੈ ਭਿਓ। ਉਸ ਰੱਬ ਦੇ ਬਾਰੇ, ਇੱਥੇ ਵਾਸੁਦੇਵ ਦਾ ਅਰਥ ਵੀ ਰੱਬ ਹੈ। ਜੇ ਉਸ ਰੱਬ ਦੇ ਬਾਰੇ, ਉਸ ਮਾਲਕ ਦੇ ਬਾਰੇ ਕੋਈ ਜਾਣ ਲੈਂਦਾ ਹੈ, ਕੋਈ ਕੁਝ ਸਮਝ ਲੈਂਦਾ ਹੈ, ਜੇ ਕੋ ਜਾਣੈ ਭਿਓ, ਜੇ ਕੋਈ ਉਹਦੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਰੱਖਣੀ ਸ਼ੁਰੂ ਕਰ ਦਿੰਦਾ ਹੈ, ਨਾਨਕ ਤਾਕਾ ਦਾਸ ਹੈ। ਸਤਿਗੁਰੂ ਕਹਿੰਦੇ ਮੈਂ ਉਹਦਾ ਸੇਵਕ ਹਾਂ। ਉਹ ਕੰਪਲੀਟ ਹੈ ਬੰਦਾ, ਜਿਹਨੂੰ ਸ਼ਸਤਰ ਵਿੱਦਿਆ ਵੀ ਆਉਂਦੀ ਹੈ, ਜਿਹਨੂੰ ਪੜ੍ਹਨਾ ਵੀ ਆਉਂਦਾ, ਤੇ ਫਿਰ ਇੰਨਾ ਕੁਝ ਹੋਣ ਦੇ ਬਾਵਜੂਦ ਜਿਹੜਾ ਇੰਨਾ ਨਿਮਰ ਹੈ ਵੀ ਮੈਂ ਸਾਰਿਆਂ ਦੀ ਸੇਵਾ ਕਰਨੀ ਹੈ। ਉਹ ਕੰਪਲੀਟ ਹੈ ਬੰਦਾ, ਉਹ ਮੁਕੰਮਲ ਹੈ। ਉਹਨੂੰ ਮਹਾਰਾਜ ਨੇ ਗੁਰਮੁਖ ਕਿਹਾ ਹੈ। ਨਾਨਕ ਤਾਕਾ ਦਾਸ ਹੈ। ਹਜ਼ੂਰ ਕਹਿੰਦੇ ਮੈਂ ਤੇ ਉਹਦਾ ਸੇਵਕ ਹਾਂ। ਕੌਣ? ਸੋਈ ਨਿਰੰਜਨ ਦਿਓ। ਉਹ ਬੰਦਾ ਅੰਜਨ ਮਾਹੇ ਨਿਰੰਜਨ ਰਹੀ ਹੈ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਲਿਬੜਿਆ ਹੋਇਆ ਨਹੀਂ ਹੈ, ਕਾਲਖ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕਾਲਾ ਨਹੀਂ ਹੈ। ਉਹੀ ਬੰਦਾ ਦੇਵ ਹੈ, ਦੇਵਤੇ ਦਾ ਸਰੂਪ ਹੈ। ਫਿਰ ਅਗਲੀ ਗੱਲ, ਸਤਿਗੁਰੂ ਇੱਦਾਂ ਦੀ ਗੱਲ ਆਵੇ ਕਿੱਥੋਂ ਜ਼ਿੰਦਗੀ ਦੇ ਵਿੱਚ? ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸ਼ਲੋਕ, ਮਹਿਲਾ ਪਹਿਲਾ, ਕੁੰਭੇ ਬੱਧਾ ਜਲ ਰਹੇ। ਸਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਮਿੱਟੀ ਇੱਕ ਪਾਸੇ ਪਈ ਰਵੇ, ਪਾਣੀ ਇੱਕ ਪਾਸੇ ਪਿਆ ਰਵੇ, ਜਦੋਂ ਤੱਕ ਇਕੱਠੇ ਨਹੀਂ ਹੋਣਗੇ ਘੜਾ ਬਣ ਹੀ ਨਹੀਂ ਸਕਦਾ। ਮਿੱਟੀ ਦੇ ਬਰਤਨ ਉਦੋਂ ਹੀ ਤਿਆਰ ਹੁੰਦੇ ਨੇ ਜਦੋਂ ਮਿੱਟੀ ਗੁੰਨ ਲਈ ਜਾਂਦੀ ਹੈ ਪਾਣੀ ਦੇ ਵਿੱਚ। ਕੁੰਭ ਦਾ ਅਰਥ ਹੁੰਦਾ ਹੈ ਘੜਾ। ਕੁੰਭੇ ਬੱਧਾ ਜਲ ਰਹੇ, ਘੜੇ ਦੇ ਵਿੱਚ ਪਾਣੀ ਪਾ ਦਈਏ, 1 ਦਿਨ 2 ਦਿਨ 4 ਦਿਨ ਪਾਣੀ ਪਿਆ ਰਹਿੰਦਾ, ਉਹਦੇ ਵਿੱਚ ਸਟੋਰ ਹੋਇਆ ਰਹਿੰਦਾ ਹੈ। ਪਰ ਘੜਾ ਬਣਦਾ ਕਿੱਦਾਂ ਹੈ? ਜਲ ਬਿਨ ਕੁੰਭ ਨਾ ਹੋਏ। ਮਹਾਰਾਜ ਕਹਿੰਦੇ ਉਹ ਘੜਾ ਜਿਹੜਾ ਹੈ ਨਾ, ਪਾਣੀ ਤੋਂ ਬਿਨਾਂ ਕਦੀ ਤਿਆਰ ਨਹੀਂ ਹੋ ਸਕਦਾ। ਭਾਵੇਂ ਕਿ ਬਾਅਦ ਵਿੱਚ ਵੀ ਉਹਦੇ 'ਚ ਪਾਣੀ ਸਟੋਰ ਕਰਨਾ ਹੈ, ਪਰ ਪਾਣੀ ਤੋਂ ਬਿਨਾਂ ਘੜਾ ਤਿਆਰ ਨਹੀਂ ਹੋ ਸਕਦਾ। ਇੱਦਾਂ ਗਿਆਨ ਕਾ ਬੱਧਾ ਮਨ ਰਹੇ। ਜਿਹੜਾ ਮਨ ਹੈ ਨਾ, ਵੀ ਪੜ੍ਹਨਾ ਵੀ ਬਹੁਤ ਹੈ, ਜਾਣਕਾਰੀ ਵੀ ਬਹੁਤ ਰੱਖਣੀ ਹੈ, ਫਿਰ ਸ਼ਸਤਰ ਵਿੱਦਿਆ ਵੀ ਕਰਨੀ ਹੈ। ਸਰੀਰਕ ਜਿਹੜੀ ਵਿੱਦਿਆ ਹੈ ਨਾ, ਜਿੱਥੇ ਪੜ੍ਹਾਈ ਨਹੀਂ ਕੰਮ ਆ ਰਹੀ, ਜਿੱਥੇ ਦਿਮਾਗ ਦੀਆਂ ਗੱਲਾਂ ਨਹੀਂ, ਜ਼ੋਰ ਦੀਆਂ ਗੱਲਾਂ ਨੇ, ਉਹ ਵੀ ਚੀਜ਼ ਨਾਲ ਲੈ ਕੇ ਚੱਲਣੀ ਹੈ। ਤੇ ਇਹ 2 ਚੀਜ਼ਾਂ ਹੋਣ। ਤੇ ਵੈਸੇ ਗਿਆਨੀ ਸੰਤ ਸਿੰਘ ਮਸਕੀਨ ਕਹਿੰਦੇ ਹੁੰਦੇ ਨੇ ਕਿ 2-3 ਬੰਦਿਆਂ ਨੂੰ ਸਭ ਤੋਂ ਜ਼ਿਆਦਾ ਹੰਕਾਰ ਹੁੰਦਾ, ਇੱਕ ਧਨਵਾਨ ਨੂੰ, ਇੱਕ ਵਿਦਵਾਨ ਨੂੰ, ਤੇ ਇੱਕ ਭਲਵਾਨ ਨੂੰ। ਵਿਦਵਾਨ ਨੂੰ ਲੱਗਦਾ ਵੀ ਬਸ ਮੈਂ ਸਾਰੇ ਜ਼ੁਬਾਨ ਦੇ ਨਾਲ ਹੀ ਹਰਾ ਕੇ ਮਾਰ ਦੇਣੇ, ਤੇ ਭਲਵਾਨ ਨੂੰ ਲੱਗਦਾ ਵੀ ਜਿਹੜਾ ਜ਼ੁਬਾਨ ਨਾਲ ਹਾਰੂਗਾ ਮੈਂ ਹੱਥਾਂ ਨਾਲ ਹਰਾ ਲਾਂਗਾ ਨਾ। ਉਹ ਇੱਦਾਂ ਦੀ ਪ੍ਰੋਬਲਮ ਹੈ। ਦਾਤਾਰ ਕਹਿੰਦੇ ਵੀ ਏਡੇ ਤਗੜੇ ਹੋਵੋ, ਪੜ੍ਹਾਈ ਦੇ ਵਿੱਚ ਵੀ ਅਵਲ ਹੋਵੋ,
ਉਹ ਇਦਾਂ ਦੀ ਗੱਲ ਨਹੀਂ ਹੈ, ਗੱਲਾਂ ਦੇ ਵਿੱਚੋਂ ਗੱਲ ਨਿਕਲ ਜਾਂਦੀ ਹੈ। ਰਸੂਲ ਹਮਜ਼ਾ ਤੋਂ ਇਸ ਗੱਲ ਨੂੰ ਬੋਲਦਾ ਹੁੰਦਾ ਵੀ ਕਹਿੰਦਾ ਵੀ ਕਈ ਤੈਰ ਤੇ ਲੈਂਦੇ ਪਰ ਬੱਤਖ ਦੇ ਵਾਂਗੂ ਨਹੀਂ ਤੈਰਦੇ, ਗਾ ਤੇ ਲੈਂਦੇ ਨੇ ਪਰ ਕੋਇਲ ਦੇ ਵਾਂਗੂ ਨਹੀਂ ਗਾਉਂਦੇ। ਉਹਨੂੰ ਕੀ ਹੁੰਦਾ ਵੀ ਕੰਮ ਨਹੀਂ ਕਰਨਾ ਆਉਂਦਾ ਪਰ ਫਸੇ ਪਏ ਨੇ ਵਿਚਾਰੇ, ਪੂਰੇ ਨਹੀਂ ਨੇ ਬੰਦੇ, ਮਤਲਬ ਨਾ ਤੇ ਇਦਾਂ ਦੀ ਮਿਹਨਤ ਕੀਤੀ। ਮੈਨੂੰ ਮਾਫ਼ ਕਰਿਓ, ਮੈਂ ਨਹੀਂ ਕਹਿੰਦਾ ਮੈਂ ਬੜੀ ਮਿਹਨਤ ਕਰਦਾ, ਪਰ ਤੁਹਾਡਾ ਉਪਕਾਰ ਹੈ, ਪਤਾ ਨਹੀਂ ਕਿੱਦਾਂ ਰੱਖੀ ਜਾਂਦੇ ਜੇ। ਪਰ ਇੱਕ ਲੋਕੀ ਪਰਫੈਕਟ ਨਹੀਂ ਨੇ ਆਪਣੀ ਲਾਈਨ ਦੇ ਵਿੱਚ। ਤੁਸੀਂ ਵੇਖੋ ਕਿਸੇ ਵੀ ਲਾਈਨ ਦੇ ਵਿੱਚ ਜਾ ਕੇ ਕੀ ਕਰਦੇ ਪਏ ਨੇ ਲੋਕ। ਰਹਿੰਦੀ ਖੁੰਦੀ ਕਸਰ ਤੇ ਸਿਫਾਰਿਸ਼ਾਂ ਨੇ ਸਾਡੀ ਕੱਢ ਕੇ ਮਾਰ ਦਿੱਤੀ ਹੈ, ਜੋ ਸਾਡੇ ਦੇਸ਼ ਦਾ ਹਾਲ ਕੀਤਾ। ਸਿਫਾਰਸ਼ੀ ਪਹੁੰਚ ਗਏ, ਪਤਾ ਹੀ ਨਹੀਂ ਵੀ ਖੇਡਣਾ ਕਿੱਦਾਂ, ਪਤਾ ਨਹੀਂ ਬੋਲਣਾ ਕਿੱਦਾਂ, ਪਤਾ ਨਹੀਂ ਕੰਮ ਕਿੱਦਾਂ ਕਰਨਾ, ਪਰ ਸਿਫਾਰਿਸ਼ ਏਡੀ ਵੱਡੀ ਹੈ ਵੀ ਇਹਨੂੰ ਬੰਨ੍ਹਣਾ ਪੈਣਾ ਨਾਲ। ਉਹ ਕੀ ਹੋ ਗਿਆ ਹੈ, ਦੇਸ਼ ਦਾ ਨੁਕਸਾਨ ਹੋ ਗਿਆ ਇਹਨਾਂ ਚੀਜ਼ਾਂ ਦੇ ਨਾਲ। ਉਹ ਕਹਿੰਦੇ ਵੀ ਗਾ ਤੇ ਲੈਂਦੇ ਨੇ ਪਰ ਕੋਇਲ ਵਾਂਗੂ ਨਹੀਂ ਗਾਉਂਦੇ। ਫਿਰ ਕਿੱਦਾਂ ਦੇ ਗਾਉਂਦੇ ਹੋਣਗੇ? ਚਲੋ ਜੇ ਕੋਇਲ ਨਹੀਂ ਗਾਉਂਦੇ ਫਿਰ ਕਾਂ ਦੇ ਵਾਂਗੂ ਤੇ ਗਾ ਹੀ ਲੈਂਦੇ ਹੋਣਗੇ। ਫਿਰ ਕੰਮ ਕਾਹਦਾ ਕਰਦੇ? 10 ਜਾਣੇ ਦਾ ਸਿਰ ਖਾ ਕੇ ਤੇ ਫਿਰ ਇੱਕ ਅੱਖਰ ਲਿਖਦੇ ਨੇ। ਉਹ ਇੱਦਾਂ ਦੇ ਬੰਦੇ, ਇਹ ਕਿੱਦਾਂ ਦੇ ਬੰਦੇ ਹੋਣਗੇ? ਵੇਖੋ ਕਿੰਨਾ ਨੁਕਸਾਨ ਕਰਦੇ ਨੇ। ਸਤਿਗੁਰੂ ਕਹਿੰਦੇ ਭਾਈ ਨਹੀਂ, ਇੱਦਾਂ ਦਾ ਹੋਵੇ ਬੰਦਾ, ਪਰਫੈਕਟ ਹੋਵੇ, ਪੜ੍ਹਾਈ ਵੀ 1 ਨੰਬਰ ਦੀ ਹੋਵੇ, ਸਰੀਰਕ ਵਿੱਦਿਆ ਵੀ ਉਹਦੀ ਜਿਹੜੀ ਹੈ ਫਿਜ਼ੀਕਲੀ ਵੀ ਬਿਲਕੁਲ ਫਿੱਟ ਹੋਵੇ, ਸਰੀਰ ਵੀ ਇੱਦਾਂ ਦਾ ਤਿਆਰ ਰੱਖਿਆ ਹੋਵੇ। ਪਰ ਇਹ ਦੋਵੇਂ ਚੀਜ਼ਾਂ ਹੋਣ ਤੋਂ ਬਾਅਦ ਨਿਮਰ ਇੰਨਾ ਹੋਵੇ ਵੀ ਸਾਰੀ ਦੁਨੀਆ ਦੀ ਸੇਵਾ ਮੈਂ ਕਰਨੀ ਹੈ, ਇੱਦਾਂ ਦਾ ਬੰਦਾ ਹੋਵੇ। ਹਜ਼ੂਰ ਕਹਿੰਦੇ ਨੇ ਪਰ ਇਹ ਸਮਝ ਕਿੱਥੋਂ ਆਵੇ? ਗਿਆਨ ਕਾ ਬੱਧਾ ਮਨ ਰਹਿ, ਮਨ ਵਾਰ-ਵਾਰ ਡੋਲਦਾ ਵੀ ਮੈਂ ਭਲਵਾਨ, ਮੈਂ ਵਿਦਵਾਨ, ਮੈਨੂੰ ਆਹ ਆਉਂਦਾ, ਮੈਨੂੰ ਆਹ ਆਉਂਦਾ। ਜਦੋਂ ਤੱਕ ਗਿਆਨ ਇਸ ਮਨ ਨੂੰ ਗੁਰੂ ਦੀ ਗੱਲ ਸਮਝ ਬੰਨ੍ਹ ਕੇ ਨਹੀਂ ਨਾ ਰੱਖਦੀ ਵੀ ਭਾਈ ਤੂੰ ਡੋਲਣਾ ਨਹੀਂ ਇਹਨਾਂ ਚੀਜ਼ਾਂ ਤੋਂ, ਹਜ਼ੂਰ ਕਹਿੰਦੇ ਉਦੋਂ ਤੱਕ ਵੱਧਦਾ ਵੀ ਨਹੀਂ ਹੈ ਮਨ। ਗਿਆਨ ਕਾ ਬੱਧਾ ਮਨ ਰਹਿ, ਪਰ ਕਿੱਦਾਂ? ਗੁਰਬਿਨ ਗਿਆਨ ਨਾ ਹੋਏ। ਪਰ ਇਹੋ ਜਿਹੀ ਜਾਣਕਾਰੀ ਗੁਰੂ ਤੋਂ ਬਿਨਾਂ ਵੀ ਨਹੀਂ ਹੋ ਸਕਦੀ। ਇਸੇ ਕਰਕੇ ਗੁਰੂ ਦੇ ਵਿੱਚ ਤੇ ਟੀਚਰ ਦੇ ਵਿੱਚ ਫਰਕ ਹੈ। ਸਕੂਲ ਟੀਚਰ ਦਾ ਕੰਮ ਇੰਨਾ ਕੁ ਹੈ ਵੀ ਉਹ ਆਇਆ ਕਲਾਸ ਦੇ ਵਿੱਚ, ਉਹਨੂੰ ਇੱਕ ਲੈਸਨ ਦਿੱਤਾ ਹੋਇਆ ਹੈ ਵੀ ਤੂੰ ਆਹ ਪੜ੍ਹਾਉਣਾ ਹੈ। ਉਦਾਹਰਨ ਆਪਾਂ ਸਮਝ ਲਈਏ ਵੀ ਕੋਈ ਵੀ ਕਲਾਸ ਦਾ ਲੈਕਚਰ ਹੈ, ਅਸੀਂ ਪੜ੍ਹ ਲਵਾਂਗੇ, ਪਾਸ ਹੋ ਜਾਵਾਂਗੇ, ਨਹੀਂ ਪੜ੍ਹਾਂਗੇ ਫੇਲ ਹੋ ਜਾਵਾਂਗੇ। ਟੀਚਰ ਨੂੰ ਪਤਾ ਵੀ ਮੇਰੀ 28 ਤਰੀਕ ਨੂੰ ਅਕਾਊਂਟ ਦੇ ਵਿੱਚ ਸੈਲਰੀ ਪੈ ਜਾਣੀ ਹੈ, ਪੜ੍ਹਦੇ ਨਹੀਂ ਪੜ੍ਹਦੇ ਮੈਨੂੰ ਇਹਦੇ ਨਾਲ ਮਤਲਬ ਨਹੀਂ ਹੈ। ਪਰ ਗੁਰੂ ਦਾ ਕੰਮ ਇੱਦਾਂ ਦਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਗੁਰੂ ਕੀ ਹੈ? ਗੁਰੂ ਜਿਹੜਾ ਹੈ ਨਾ, ਪਹਿਲਾਂ ਦਿਲ ਦੇ ਵਿੱਚ ਵੱਸਦਾ ਹੈ, ਪਹਿਲਾਂ ਦਿਲ ਦੇ ਵਿੱਚ ਵੱਸਦਾ, ਦਿਲ ਨੂੰ ਚੰਗਾ ਲੱਗਦਾ ਹੈ। ਪ੍ਰਥਮ ਸਤਿਗੁਰ ਕਿਰਪਾ ਕੇ ਹਿਰਦੈ ਵਸੈ, ਹਰੇ ਹਉਮੈ ਰੋਗ। ਫਿਰ ਕੀ ਕਰਦਾ ਹੈ? ਫਿਰ ਸਾਡੇ ਦਿਲ ਦੇ ਗਲਤੀਆਂ ਦੂਰ ਕਰਦਾ ਹੈ। ਬਾਕੀ ਟੀਚਰਾਂ ਦੇ ਨਾਲ ਸਾਡੀ ਬਣੇ ਨਾ ਬਣੇ, ਮੈਥ ਟੀਚਰ ਮੈਨੂੰ ਚੰਗਾ ਲੱਗੇ ਨਾ ਚੰਗਾ ਲੱਗੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੇਰਾ ਕੰਮ ਹੈ ਮੈਥ ਸਿੱਖਣਾ ਉਹਦੇ ਤੋਂ ਬਸ। ਸਕੂਲ ਦੇ ਟੀਚਰ ਦੇ ਵਿੱਚ ਤੇ ਅਧਿਆਤਮ ਗੁਰੂ ਦੇ ਵਿੱਚ ਇੰਨਾ ਕੁ ਫਰਕ ਹੁੰਦਾ। ਮੈਨੂੰ ਸਾਇੰਸ ਟੀਚਰ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ, ਮੈਂ 4 ਫਾਰਮੂਲੇ ਸਿੱਖਣੇ ਨੇ, ਬਸ ਗੱਲ ਖਤਮ ਹੈ। ਆ ਜਿਹੜਾ ਕੋਲੋਂ ਅਸੀਂ 10th ਤੱਕ ਪੜ੍ਹੇ ਹਾਂ ਉਹਦੇ ਵਿੱਚੋਂ ਬਹੁਤੇ ਨੂੰ ਅਸੀਂ ਜਾਣਦੇ ਵੀ ਨਹੀਂ ਹੋਵਾਂਗੇ। ਹੁਣ ਪੀਨੇ ਨੇ ਵੀ ਸਾਨੂੰ ਪੜ੍ਹਾਇਆ, ਜੇ ਜਾਣਦੇ ਹੋਵਾਂਗੇ ਤਾਂ ਹੁਣ ਕਦੀ ਗੱਲ ਹੀ ਨਹੀਂ ਸਾਡੀ ਹੋਈ ਹੋਵੇਗੀ। ਅਧਿਆਤਮ ਗੁਰੂ ਦੇ ਨਾਲ ਸਾਡਾ ਇੱਦਾਂ ਦਾ ਸੰਬੰਧ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜਦੋਂ ਤੱਕ ਚੰਗਾ ਨਹੀਂ ਨਾ ਲੱਗਦਾ ਅਸੀਂ ਇੱਕ ਵੀ ਗੱਲ ਨਹੀਂ ਸਿੱਖ ਸਕਦੇ ਉਹਦੇ ਕੋਲੋਂ। ਇਹ ਫਰਕ ਹੈ ਬਸ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਪ੍ਰਥਮ ਸਤਿਗੁਰ ਕਿਰਪਾ ਕੇ ਹਿਰਦੈ ਬਸੈ, ਹਰੇ ਹਉਮੈ ਰੋਗ ਹਿਰਦੈ ਨਿਮਰਤਾ ਨਿਵਾਸ ਹੈ। ਭਾਈ ਗੁਰਦਾਸ ਸਾਹਿਬ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਅਗਲਾ ਮਹਾਰਾਜ ਜੀ ਦੀ ਪੌੜੀ ਹੈ, ਸਤਿਗੁਰੂ ਕਿਰਪਾ ਕਰਨ। ਸਿਰਫ 2-4 ਮਿੰਟ ਆਪ ਜੀ ਦੇ ਹੋਰ ਲਵਾਂਗਾ। ਸਤਿਗੁਰੂ ਕਹਿੰਦੇ ਪੜ੍ਹਿਆ ਹੋਵੇ ਗੁਨਾਹਗਾਰ। ਪੜ੍ਹਾਈ ਇਸ ਕਰਕੇ ਕੀਤੀ ਜਾਂਦੀ ਹੈ, ਬਾਬਾ ਕਬੀਰ ਤੇ ਕਹਿੰਦੇ ਨੇ ਮਨ ਸਮਝਾਵਨ ਕਾਰਨੇ ਕਛੂ ਇਕ ਪੜ੍ਹੀਐ ਗਿਆਨ। ਗਿਆਨ ਇਸ ਕਰਕੇ ਲਿਆ ਜਾਂਦਾ ਮਨ ਸਮਝ ਜਾਵੇ। ਮਨ ਬਸ ਇਹੋ ਗੱਲਾਂ ਸਮਝਦਾ ਵੀ ਭਾਈ ਜਿਹੜੀ ਗਲਤੀ ਕੀਤੀ ਉਹ ਤੇ ਪੜਦਾ ਕਿੱਦਾਂ ਪਾਉਣਾ। ਪੜ੍ਹਾਈ ਇਸ ਕੰਮ ਲਈ ਆ ਰਹੀ ਹੈ ਅੱਜ ਕੱਲ੍ਹ। ਮੈਂ ਗਲਤੀਆਂ ਕਰਾਂ ਤੇ ਉਸ ਗਲਤੀ ਤੋਂ ਬਚਣਾ ਕਿੱਦਾਂ ਹੈ, ਲੋਕਾਂ ਦੀ ਨਜ਼ਰ ਦੇ ਵਿੱਚ ਨਾ ਆ ਜਾਵਾਂ, ਮੈਂ ਇਸ ਕਰਕੇ ਪੜ੍ਹਦਾ ਹਾਂ ਬਹੁਤਾ। ਹਜ਼ੂਰ ਕਹਿੰਦੇ ਨੇ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ। ਓਮੀ ਪਤਾ ਕੌਣ ਹੁੰਦਾ? ਜਿੱਦਾਂ ਮੰਨ ਲਓ ਵੀ ਆ ਸਾਡੇ ਵਰਗੇ ਬੜੇ ਤੁਰੇ ਫਿਰਨਗੇ ਵੀ ਮੈਨੂੰ ਆਹ ਵੀ ਗ੍ਰੰਥ ਯਾਦ ਤੇ ਮੈਨੂੰ ਉਹ ਕਿਤਾਬਾਂ ਵੀ ਯਾਦ ਤੇ ਮੈਨੂੰ ਇਹਨਾਂ ਕਿਤਾਬਾਂ ਦਾ ਪਤਾ। ਇਹ ਸਾਡੇ ਲਈ ਜ਼ਰੂਰੀ ਹੈ, ਮੈਂ ਫਿਰ ਬੇਨਤੀ ਕਰ ਦੇਵਾਂ। ਪਰ ਗੁਰਦੁਆਰਿਆਂ ਵਿੱਚ ਕਈ ਬੰਦੇ ਤੁਸੀਂ ਇੱਦਾਂ ਦੇ ਵੇਖੋਗੇ, ਖਾਸ ਕਰਕੇ ਜਿਹੜੇ ਸਥਾਨਾਂ ਦੇ ਉੱਤੇ ਨਾ ਖਾਸ ਕਿਸੇ ਸਾਧ ਬਾਬੇ ਹੋਣੀ ਰਹਿੰਦੇ ਹੁੰਦੇ ਨੇ, ਰੱਬ ਦੇ ਪਿਆਰੇ ਭਗਤ ਜਿਹੜੇ ਰਹਿੰਦੇ ਨੇ, ਉੱਥੇ ਇੱਕ ਅੱਧਾ ਬੰਦਾ ਤੁਹਾਨੂੰ ਇੱਦਾਂ ਦਾ ਮਿਲੇਗਾ ਸਾਰਾ ਦਿਨ ਉਹਨੇ ਸੇਵਾ ਕਰੀ ਜਾਣੀ। ਕਦੇ ਪਾਰਕ 'ਚ ਲੱਗ ਗਿਆ, ਕਦੀ ਦਰਖਤਾਂ ਨੂੰ ਲੱਗ ਗਿਆ, ਕਦੀ ਜੇ ਗੁਰਦੁਆਰੇ ਪਸ਼ੂ ਰੱਖੇ ਨੇ ਉਹਨਾਂ ਦੀ ਸੇਵਾ ਕਰਨ ਲੱਗ ਪਿਆ। ਅਤੇ ਕਰਨਾ ਕੀ ਸਾਰਾ ਦਿਨ? ਵਾਹਿਗੁਰੂ 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 ਵਾਹਿਗੁਰੂ, ਬਸ ਇਹੋ ਕੁਝ ਹੀ ਕਰੀ ਜਾਣਾ। ਉਹਨੂੰ ਨਹੀਂ ਮਤਲਬ, ਮੈਨੂੰ ਮਾਫ਼ ਕਰਿਓ, ਜ਼ਰੂਰੀ ਨਹੀਂ ਵੀ ਇੱਦਾਂ ਹੀ ਹੋਣੇ ਚਾਹੀਦੇ ਨੇ ਸਾਰੇ, ਪਰ ਉਹਨੂੰ ਕਿਉਂਕਿ ਇਹਨੇ ਪੜ੍ਹਿਆ ਹੀ ਨਹੀਂ ਹੁੰਦਾ ਵਿਚਾਰੇ ਨੇ, ਇਸ ਕਰਕੇ ਉਹ ਕਹਿੰਦਾ ਵੀ ਬਹੁਤੀਆਂ ਗਿਆਨ ਦੀਆਂ ਗੱਲਾਂ ਮੈਨੂੰ ਪਤਾ ਨਹੀਂ, ਜੇ ਮੈਨੂੰ ਤਾਂ ਇੱਕੋ ਹੀ ਚੀਜ਼ ਹੈ ਵੀ ਬਸ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ। ਉਹਨੂੰ ਕਿਹਾ ਜਾਂਦਾ ਹੈ ਓਮੀ।
ਜਿੱਦਾਂ ਬਸ ਓਮ ਓਮ ਹੀ ਕਹਿਣ ਵਾਲਾ ਹੋਵੇ, ਹੋਰ ਉਹਦੇ ਤੋਂ ਵੱਧ ਕੋਈ ਅੱਖਰ ਜਾਣਦਾ ਵੀ ਨਾ ਹੋਵੇ। ਇੱਕ ਪਾਸੇ ਕਿੰਨਾ ਪੜ੍ਹਿਆ ਲਿਖਿਆ ਬੰਦਾ, ਇੱਕ ਪਾਸੇ ਬਿਲਕੁਲ ਬਸ ਵੀ ਮੈਨੂੰ ਤਾਂ ਬਸ ਵਾਹਿਗੁਰੂ ਵਾਹਿਗੁਰੂ ਦਾ ਪਤਾ, ਮੈਨੂੰ ਇਹਦੇ ਤੋਂ ਵੱਧ ਕੁਝ ਨਹੀਂ ਪਤਾ। ਸਤਿਗੁਰੂ ਕਹਿੰਦੇ ਜੇ ਪੜ੍ਹਿਆ ਲਿਖਿਆ ਗਲਤੀ ਕਰਦਾ ਹੈ ਨਾ, ਤੇ ਇਹ ਨਾ ਸੋਚ ਲੈਣਾ ਵੀ ਪੜ੍ਹਿਆ ਗੁਨਾਹਗਾਰ ਹੈ ਤੇ ਓਮੀ ਜਿਹੜਾ ਹੈ ਉਹ ਵੀ ਗੁਨਾਹਗਾਰ ਹੀ ਹੋਵੇਗਾ। ਨਹੀਂ, ਤੇ ਹੋ ਸਕਦਾ ਉਹ ਅਨਪੜ੍ਹ, ਤੇ ਮੈਂ ਨਹੀਂ ਕਹਿ ਸਕਦਾ ਉਹਨੂੰ, ਪਰ ਇੱਦਾਂ ਜ਼ਰੂਰ ਹੈ ਵੀ ਉਹਨੂੰ ਗਿਆਨ ਦੀਆਂ ਗੱਲਾਂ ਉਹਦੇ ਨਾਲੋਂ ਘੱਟ ਪਤਾ ਨੇ, ਪਰ ਸਤਿਗੁਰੂ ਕਹਿੰਦੇ ਉਹਨੂੰ ਫਿਰ ਸਜ਼ਾ ਨਹੀਂ ਮਿਲੇਗੀ, ਉਹ ਪੜ੍ਹੇ ਨੂੰ ਹੀ ਸਜ਼ਾ ਮਿਲੇਗੀ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀ ਹੈ। ਜੇ ਗਲਤੀ ਪੜ੍ਹੇ ਦੀ ਹੈ ਤੇ ਸਜ਼ਾ ਵੀ ਪੜ੍ਹੇ ਦੀ ਹੈ। ਓਮੀ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ ਵੀ ਹਾਂ ਜੇ ਇਹ ਡੁੱਬ ਗਿਆ ਤੇ ਮੈਂ ਵੀ ਡੁੱਬ ਜਾਵਾਂਗਾ। ਮਹਾਰਾਜ ਕਹਿੰਦੇ ਜ਼ਰੂਰੀ ਨਹੀਂ ਹੈ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ, ਜਿਹਾ ਘਾਲੇ ਘਾਲਣਾ। ਭਾਵੇਂ ਪੜ੍ਹਿਆ ਲਿਖਿਆ ਤੇ ਭਾਵੇਂ ਅਨਪੜ੍ਹ ਹੈ, ਭਾਵੇਂ ਕੋਈ ਵੀ ਨੌਕਰੀ ਕਰਦਾ ਪਿਆ ਹੈ, ਭਾਵੇਂ ਧਾਰਮਿਕ ਜ਼ਿੰਦਗੀ ਜੀ ਰਿਹਾ ਤੇ ਭਾਵੇਂ ਨਹੀਂ ਜੀ ਰਿਹਾ, ਜਿਹਾ ਘਾਲੇ ਘਾਲਣਾ। ਜਿਹੋ ਜੀ ਮਿਹਨਤ ਕਰਾਂਗੇ ਅਸੀਂ ਤੇਵੇ ਹੋ ਨਾਉ ਪਚਾਰੀਏ, ਉਹੋ ਜੇ ਸਾਡੇ ਨਾਮ ਦਾ ਪ੍ਰਚਾਰ ਹੋ ਜਾਂਦਾ, ਉਹੋ ਜਿਹਾ ਸਾਡਾ ਨਾਮ ਬਣ ਜਾਂਦਾ ਹੈ। ਤੇਵੇ ਹੋ ਨਾਉ ਪਚਾਰੀਏ। ਫਿਰ ਸਤਿਗੁਰੂ ਕਹਿੰਦੇ ਐਸੀ ਕਲਾ ਨਾ ਖੇਡੀਏ। ਉਹ ਭਾਈ ਇੱਦਾਂ ਦੇ ਕੰਮ ਨਾ ਕਰੀਏ। ਕਿੱਦਾਂ ਦੇ? ਜਿੱਤ ਦਰਗਾਹ ਗਿਆ ਹਾਰੀਏ, ਜਿਹਦੇ ਵਿੱਚ ਮਾਲਕ ਦੇ ਘਰ ਦੇ ਵਿੱਚ ਸਾਡੀ ਬਦਨਾਮੀ ਹੋ ਜਾਵੇ, ਆਪਣੇ ਆਪ ਤੋਂ ਹੀ ਸਾਡਾ ਸਿਰ ਜਿਹੜਾ ਹੈ ਉਹ ਝੁਕ ਜਾਵੇ, ਜਿਹਦੇ ਵਿੱਚ ਅਸੀਂ ਰੱਬ ਦੇ ਸਾਹਮਣੇ ਪੇਸ਼ ਹੀ ਨਾ ਹੋ ਸਕੀਏ। ਪੜ੍ਹਿਆ ਅਤੇ ਓਮੀਆ ਵਿਚਾਰ ਅੱਗੇ ਵਿਚਾਰੀਏ। ਮਹਾਰਾਜ ਕਹਿੰਦੇ ਭਾਵੇਂ ਕੋਈ ਪੜ੍ਹਿਆ ਲਿਖਿਆ ਹੋਵੇ ਤੇ ਭਾਵੇਂ ਕੋਈ ਬਿਲਕੁਲ ਘੱਟ ਜਾਣਕਾਰੀ ਰੱਖਣ ਵਾਲਾ ਹੋਵੇ ਨਾ, ਹਜ਼ੂਰ ਕਹਿੰਦੇ ਅੱਗੇ ਵਿਚਾਰ ਹੀ ਵਿਚਾਰੀ ਜਾਂਦੀ ਹੈ। ਭਾਵ ਕਿ ਉਹਦੇ ਗੁਣਾਂ ਨੂੰ ਸਮਝਿਆ ਜਾਂਦਾ, ਤੈਨੂੰ ਚੋਂ ਚੰਗਾ ਕਿਹੜਾ, ਤੈਨੂੰ ਚੋਂ ਬੁਰਾ ਕਿਹੜਾ। ਪੜ੍ਹਾਈਆਂ ਮੈਟਰ ਨਹੀਂ ਕਰਦੀਆਂ। ਇੱਕ ਟਾਈਮ ਦੇ ਉੱਤੇ ਆ ਕੇ ਕੁਝ ਵੀ ਨਹੀਂ ਰਹਿ ਜਾਂਦੇ ਸਾਡੇ ਸਰਟੀਫਿਕੇਟ। ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ, ਮੂੰਹ ਚੱਲੇ ਸੋ ਅੱਗੇ ਮਾਰੀਏ। ਜਿਹੜਾ ਮੂੰਹ ਦੇ ਜ਼ੋਰ ਦੇ ਉੱਤੇ ਚੱਲਦਾ ਵੀ ਮੈਨੂੰ ਆਹ ਆਉਂਦਾ, ਮੈਨੂੰ ਆਹ ਪਤਾ, ਮੈਂ ਆਹ ਕੁਝ ਕਰਦਾ, ਸਿਰਫ ਬੜਬੋਲੇ ਬੰਦੇ। ਸਤਿਗੁਰੂ ਕਹਿੰਦੇ ਕੀ ਹੁੰਦਾ ਹੈ? ਮੂੰਹ ਚੱਲਿਆ। ਜਿਹੜਾ ਮੂੰਹ ਦੇ ਨਾਲ ਹੀ ਚੱਲਦਾ ਹੈ, ਕਰਮਾਂ ਦੇ ਨਾਲ ਨਹੀਂ, ਦਿਲ ਦੇ ਨਾਲ ਨਹੀਂ, ਹੱਥਾਂ ਪੈਰਾਂ ਦੇ ਨਾਲ ਨਹੀਂ, ਸਿਰਫ ਜ਼ੁਬਾਨ ਦੇ ਨਾਲ ਹੀ ਦੁਨੀਆ ਚਲਾਈ ਜਾਂਦਾ। ਬੱਤ ਨਹੀਂ ਇਸ ਅਸਮਾਨ ਗਿਰਾਵੇਂ ਵਾਲੀ ਜਿਹੜੀ ਗੱਲ ਹੈ। ਹਜ਼ੂਰ ਕਹਿੰਦੇ ਨੇ ਮੂੰਹ ਚੱਲੇ। ਇਹੋ ਜਿਹਾ ਜਿਹੜਾ ਮੂੰਹ ਦੇ ਨਾਲ ਚੱਲਦਾ ਹੈ, ਭਾਵੇਂ ਪੜ੍ਹਿਆ ਹੋਵੇ ਤੇ ਭਾਵੇਂ ਅਨਪੜ੍ਹ ਵੀ ਹੋਵੇ, ਭਾਵੇਂ ਹੋਵੇ ਖੱਤਰੀ ਤੇ ਭਾਵੇਂ ਹੋਵੇ ਬ੍ਰਾਹਮਣ, ਭਾਵੇਂ ਹੋਵੇ ਟੀਚਰ ਤੇ ਭਾਵੇਂ ਹੋਵੇ ਆਰਮੀ ਦੇ ਵਿੱਚ, ਤੇ ਭਾਵੇਂ ਹੋਵੇ ਲੋਕਾਂ ਦੀ ਸਰਵਿਸ ਕਰਨ ਵਾਲਾ, ਜਿਹੜਾ ਸਿਰਫ ਜ਼ਬਾਨੀ ਕਲਾਮੀ ਚੱਲਦਾ ਪਿਆ ਹੈ, ਹਜ਼ੂਰ ਕਹਿੰਦੇ ਸੋ ਅੱਗੇ ਮਾਰੀ ਹੈ। ਉਹ ਤਾਂ ਅੱਗੇ ਮਾਰ ਹੀ ਹੈ ਉਹਦੇ ਲਈ, ਤੇ ਫਿਰ ਉਹਦੇ ਲਈ ਤਾਂ ਅੱਗੇ ਸਜਾਈ ਹੈ। ਇਸ ਕਰਕੇ ਇਹ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ 2 ਸਲੋਕ, ਇੱਕ ਸਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਪੌੜੀ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਵਾਰ ਦੀ। ਦਾਤਾਰ ਨੇ ਮੁੱਖ ਗੱਲ ਕੀਤੀ ਹੈ, ਭਾਈ ਸਾਡੀ ਕੋਈ ਵੀ ਲਾਈਨ ਹੋਵੇ, ਇਹ ਡਾਈਵਰਸਿਟੀ ਹੁੰਦੀ ਹੈ, ਹਰ ਇੱਕ ਦੀ ਆਪਣੀ ਵੱਖਰੀ ਲਾਈਨ ਹੋਵੇ। ਹੁਣ ਸਾਰੇ ਸਬਜ਼ੀ ਵੇਚਣ ਵਾਲੇ ਬਣ ਜਾਣ ਤੇ ਖਰੀਦੇਗਾ ਕੌਣ? ਸਾਰੇ ਬੈਂਕ 'ਚ ਹੀ ਲੱਗ ਜਾਣ ਤੇ ਉੱਥੇ ਜਾਵੇਗਾ ਕੌਣ? ਇਸ ਕਰਕੇ ਡਾਈਵਰਸਿਟੀ ਹੈ ਜ਼ਿੰਦਗੀ ਦੇ ਵਿੱਚ। ਇੱਕ ਦਾ ਇੱਕ ਕੰਮ ਹੈ, ਦੂਸਰੇ ਦਾ ਦੂਸਰਾ ਕੰਮ ਹੈ, ਪਰ ਹਰ ਕੋਈ ਦੂਸਰੇ ਦੇ ਕੰਮ ਦੀ ਰਿਸਪੈਕਟ ਕਰੇ ਤੇ ਨਾਲ ਹਰ ਕੋਈ ਆਪਣੇ ਆਪ ਨੂੰ ਨਿਮਰ ਬਣਾ ਕੇ ਚੱਲੇ। ਇਹਨਾਂ ਪੌੜੀਆਂ ਦੇ ਵਿੱਚ ਅਸੀਂ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ। ਆਪ ਜੀ ਦੇ ਚਰਨਾਂ ਦੇ ਵਿੱਚ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ